ਜਸਟ ਟੀਵੀ ਦੇਖ ਰਹੇ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿੱਚ ਦੋ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ, ਫਰੀਦਕੋਟ ਦੇ ਪਿੰਡ ਗੋਲੇਵਾਲਾ ਤੋਂ ਤੇ ਰੋਪੜ ਦੇ ਇਲਾਕੇ ਮਰਿੰਡਾ ਤੋਂ। ਤੇ ਇਸ ਬੇਅਦਬੀ ਦੇ ਉੱਤੇ ਸੰਗਤ ਵਿੱਚ ਰੋਸ ਹੈ। ਪੁਲਿਸ ਕਹਿੰਦੀ ਅਸੀਂ ਐਕਸ਼ਨ ਲੈ ਰਹੇ ਹਾਂ, ਕਾਰਵਾਈ ਕਰ ਰਹੇ ਹਾਂ, ਤੇ ਸਰਕਾਰ ਕਹਿੰਦੀ ਹੈ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਜਿਹੜੀ ਵਿਰੋਧੀ ਧਿਰਾਂ ਉਹ ਕਹਿੰਦੀ ਹੈ ਕਿ ਸਖਤ ਐਕਸ਼ਨ ਲੈਣ ਦੀ ਲੋੜ ਹੈਗੀ ਹੈ। ਜਥੇਦਾਰ ਸਾਹਿਬ ਕਹਿੰਦੇ ਆ ਕਿ ਜੇ ਪਹਿਲਾਂ ਘਟਨਾਵਾਂ ਤੇ ਨਕੇਲ ਪਾਈ ਜਾਂਦੀ ਤਾਂ ਇਹੋ ਜਿਹੀਆਂ ਘਟਨਾਵਾਂ ਨਾ ਹੁੰਦੀਆਂ, ਕਿਉਂਕਿ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਸਜ਼ਾ ਸਖਤ ਦੇਣੀ ਚਾਹੀਦੀ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬੇਅਦਬੀ ਪਿੱਛੇ ਜਿਹੜੀਆਂ ਤਾਕਤਾਂ ਹੈਗੀਆਂ ਉਹਨਾਂ ਨੂੰ ਬੇਨਕਾਬ ਕਰਨ ਦੀ ਜ਼ਰੂਰਤ ਹੈਗੀ ਆ। ਅਸੀਂ ਇਹੀ ਪੁੱਛਾਂ ਕਿ ਬੇਅਦਬੀ ਪਿੱਛੇ ਕਿਹੜੀਆਂ ਤਾਕਤਾਂ? पुलिस की कह रही है, सरकार की कह रही है, तो जथेदार साहब की कह रही है, पहले सुन लीजिए। सारिਆਂ ਦੀ ਜਿਹੜੀ ਬੇਅਦਬੀ ਹੋਈ ਹੈ ਇਟ ਇਜ਼ ਵੈਰੀ ਅਨਫੋਰਚੂਨੇਟ। ਜਿਸ ਨੇ ਕੀਤੀ ਸੀ ਉਸ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਇਸ ਦੀ ਪੂਰੀ ਅਸੀਂ ਤਹਿ ਤੱਕ ਕਨਸਪੀਰੇਸੀ, ਜੇ ਕੋਈ ਕਨਸਪੀਰੇਸੀ ਹੈ ਉਸ ਨੂੰ ਐਕਸਪੋਜ਼ ਕਰਾਂਗੇ, ਇਹਨੂੰ ਡੀਪਲੀ ਇਨਵੈਸਟੀਗੇਟ ਕਰਾਂਗੇ। ਐਟ ਦਾ ਸੇਮ ਟਾਈਮ ਅਸੀਂ ਸਾਰੇ ਜਿਹੜੇ ਰਿਲੀਜੀਅਸ ਅਦਾਰੇ ਹੈਗੇ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਅਸੀਂ ਪਿੱਛੇ ਬਹੁਤ ਹੀ ਜੰਗੀ ਪੱਧਰ ਤੇ CCTV ਲਵਾਏ ਸੀਗੇ। ਸੋ ਕੁਝ ਡੂਜ਼ ਐਂਡ ਡੋਂਟਸ ਜਿਹੜੇ ਵੀ ਰਿਲੀਜੀਅਸ ਪਲੇਸਿਸ ਦੇ ਮੈਨੇਜਮੈਂਟ ਹੈਗੇ ਉਹਨਾਂ ਨੂੰ ਰਿਕਵੈਸਟ ਕੀਤੀ ਹੈ। ਇਹ ਸਾਰਿਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਹੈ ਕਿ ਜਿਹੜੀ ਸਾਡੀ ਰਿਲੀਜੀਅਸ ਪਲੇਸਿਸ ਹੈ ਉਹਨਾਂ ਨੂੰ ਸੇਫ ਤੇ ਸਿਕਿਉਰ ਰੱਖਿਆ ਜਾਵੇ। ਇਸ ਕਿਸਮ ਦੀਆਂ ਪੰਜਾਬ ਦੇ ਵਿੱਚ ਵਰਤਦੀਆਂ ਘਟਨਾਵਾਂ ਇਹ ਪੰਜਾਬ ਨੂੰ ਮੁੜ ਤੋਂ ਜਿਹੜਾ ਹੈ ਉਹ ਹਨੇਰੇ ਵੱਲ ਝੁਕਣ ਵਾਲੀ ਇੱਕ ਘਟੀਆ ਕਿਸਮ ਦੀ ਕਾਰਵਾਈ ਹੈ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕਾਰਵਾਈ ਹੈ। ਪੰਜਾਬ ਦੇ ਸ਼ਾਂਤ ਪਾਣੀਆਂ ਨੂੰ ਜਿਹੜਾ ਹੈ ਉਹ ਲਾਂਭੂ ਲਾਉਣ ਦੀ ਕਾਰਵਾਈ ਹੈ। ਇਹ ਜਿਹੜੇ ਬੇਅਦਬੀ ਕਰ ਰਹੇ ਇਹੋ ਜਿਹੇ ਲੋਕ ਹੈ, ਇਹਨਾਂ ਦੇ ਪਿੱਛੇ ਜ਼ਰੂਰ ਕੋਈ ਵੱਡੀਆਂ ਤਾਕਤਾਂ ਕੰਮ ਕਰ ਰਹੀਆਂ ਨੇ ਤੇ ਉਹਨਾਂ ਵੱਡੀਆਂ ਤਾਕਤਾਂ ਨੂੰ ਬੇਪਰਦ ਕਰਨਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਫਿਰ ਹੀ ਇਹ ਬੇਅਦਬੀਆਂ ਰੁਕਣਗੀਆਂ। ਅਦਰਵਾਈਜ਼ ਪੰਜਾਬ ਦਾ ਮਾਹੌਲ ਇਸੇ ਤਰ੍ਹਾਂ ਜਿਹੜਾ ਇਹ ਲੋਕ ਖਰਾਬ ਕਰਦੇ ਰਹਿਣਗੇ ਔਰ ਸਿੱਖਾਂ ਦੇ ਖਿਲਾਫ ਜਿਹੜਾ ਨੈਰੇਟਿਵ ਜਿਹੜਾ ਹੈ ਉਹ ਸਿਰਜਦੇ ਰਹਿਣਗੇ। ਬਹੁਤ ਮਾੜੀ ਘਟਨਾ ਹੈ ਔਰ CM ਸਾਹਿਬ ਨੇ ਕਿਹਾ ਕਿ ਉਹਦੇ ਤੇ ਸਖਤ ਕਾਰਵਾਈ ਕਰੋ, ਸਖਤ ਕਾਰਵਾਈ ਕਰਾਂਗੇ। ਕਿਸੇ ਵੀ ਕਦਮ ਤੋਂ ਕੋਈ ਵੀ ਬੰਦਾ ਜੇ ਕੋਈ ਬੇਅਦਬੀ ਕਰਦਾ ਉਹਦੇ ਖਿਲਾਫ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਸਖਤ ਕਾਰਵਾਈ ਕਰੇ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਨਹੀਂ, ਦੇਖੋ ਇਹ ਕੁਝ ਸ਼ੈਤਾਨ ਬੰਦੇ ਹੁੰਦੇ ਆ ਜਿਹੜੇ ਏਦਾਂ ਦੀ ਕਾਰਵਾਈ ਕਰਦੇ ਆ, ਪਰ ਜਦੋਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਗਈ ਫਿਰ ਦੂਜਾ ਬੰਦਾ ਹੌਸਲਾ ਨਹੀਂ ਕਰਦਾ। ਉਹਦੇ ਖਿਲਾਫ ਜਿਹੜੇ ਬੰਦੇ ਨੇ ਉਹ ਕੀਤਾ ਸਖਤ ਕਾਰਵਾਈ ਕਰਦਾ। ਵੱਡਾ ਸਵਾਲ ਇਹ ਪੁੱਛਾਂਗੇ ਅਸੀਂ, ਬੇਅਦਬੀ ਨਾਂ ਤੇ ਪੰਜਾਬ ਨੂੰ ਲਾਂਭੂ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਇਸੇ ਸਵਾਲ ਤੇ ਬਹਿਸ ਹੋਵੇਗੀ ਤੇ ਜਿਹੜਾ ਪੈਨਲ ਸਾਡੇ ਨਾਲ ਹੈ ਤਾਰਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਏਗੀ। ਸ਼ਸ਼ੀਵੀਰ ਸ਼ਰਮਾ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ। ਸ਼ਸ਼ੀਵੀਰ ਸ਼ਰਮਾ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ। ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਐਡਵੋਕੇਟ KS ਮਠਾੜੂ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ। ਮਿਸਟਰ ਮਠਾੜੂ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਕਮਲ ਸੋਈ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਡਾਕਟਰ ਕਮਲ ਸੋਈ ਤੁਹਾਡਾ ਬਹੁਤ ਸਵਾਗਤ ਹੈ। ਸ਼ਸ਼ੀਵੀਰ ਸ਼ਰਮਾ, ਇਹ ਦੋ ਬਹੁਤ ਦੁਖਦ ਘਟਨਾਵਾਂ ਪੰਜਾਬ 'ਚ ਵਾਪਰੀਆਂ। ਹੁਣ ਤੱਕ ਪੁਲਿਸ ਨੇ, ਸਰਕਾਰ ਨੇ ਕੀ ਕੀਤਾ? ਸ਼ਸ਼ੀਵੀਰ ਸ਼ਰਮਾ ਸਰ, ਜਿਹੜੇ ਅਨਫੋਰਚੂਨੇਟ ਇਨਸੀਡੈਂਟ ਹੋਏ ਸੀਗੇ ਉਹਦੇ ਵਿੱਚ ਪੁਲਿਸ ਨੇ ਆਪਦੀ ਕਾਰਵਾਈ ਕਰ ਦਿੱਤੀ ਹੈ। ਮੋਰਿੰਡਾ ਦੇ ਵਿੱਚ ਜਿਹੜਾ ਹੈ ਪਰਚਾ ਵੀ ਦਰਜ ਕੀਤਾ ਗਿਆ, ਅਰੈਸਟ ਵੀ ਪਾਈ ਗਈ ਹੈ। ਉਹਦੇ ਵਿੱਚ 295A 307 323 ਤੇ 506 ਇੰਡੀਅਨ ਪੀਨਲ ਕੋਡ ਦੇ ਤਹਿਤ ਮੁਕੱਦਮਾ ਦਰਜ ਕਰਕੇ ਆਪਦੀ ਕਾਰਵਾਈ ਸ਼ੁਰੂਆਤ ਕਰ ਦਿੱਤੀ ਹੈ। ਤੇ ਮੇਨ ਚੀਜ਼ ਜਿਹੜੀ DGP ਸਾਹਿਬ ਨੇ ਆਲਰੇਡੀ ਇਨਸ਼ੋਰ ਕੀਤਾ ਕਿ ਇਹਦੇ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਤੇ ਇਨਵੈਸਟੀਗੇਟ ਕਰਕੇ ਅਗਰ ਕੋਈ ਹੋਰ ਵੀ ਐਂਗਲ ਇਨਵੋਲਵ ਹੈ ਤਾਂ ਉਹਨੂੰ ਐਕਸਪੋਜ਼ ਕੀਤਾ ਜਾਏਗਾ ਤੇ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਕਿਉਂਕਿ ਇਹੋ ਜਿਹੇ ਇਨਸੀਡੈਂਟ ਕਿਤੇ ਨਾ ਕਿਤੇ ਜਿਹੜੀਆਂ ਵੀ ਆ ਇਹਨਾਂ ਪਿੱਛੇ ਜਿਹੜੇ ਵੀ ਕੋਈ ਸਾਜ਼ਿਸ਼ਾਂ ਹੈਗੀਆਂ ਨੇ ਜਾਂ ਕੋਈ ਅਗਰ ਬੰਦਾ ਆਪਦੇ ਲੈਵਲ ਤੇ ਕਰ ਰਿਹਾ ਹੈ, ਇਹ ਕਿਤੇ ਨਾ ਕਿਤੇ ਸਿਰਫ ਤੇ ਸਿਰਫ ਇੱਕ ਜਿਹੜਾ ਭਾਈਚਾਰਕ ਸਾਂਝ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਰਿਲੀਜੀਅਸ ਐਂਗਲ ਤੋਂ ਕਿਤੇ ਨਾ ਕਿਤੇ ਲੋਕਾਂ ਵਿੱਚ ਇਨਸਿਕਿਉਰਿਟੀ ਕ੍ਰੀਏਟ ਕਰਨ ਵਾਸਤੇ ਕੀਤੀ ਜਾ ਰਹੀ ਹੈ। ਸੋ ਇਹਦੇ ਉੱਤੇ ਡੈਫੀਨੇਟਲੀ ਕਾਰਵਾਈ ਸਟਾਰਟ ਹੋ ਗਈ ਹੈ, ਅਰੈਸਟ ਪੈ ਗਈ ਹੈ ਤੇ DGP ਸਾਹਿਬ ਨੇ ਵੀ ਸ਼ੋਰ ਕਰ ਦਿੱਤਾ ਹੈ ਕਿ ਡੀਪਲੀ ਨੂੰ ਇਨਵੈਸਟੀਗੇਟ ਕੀਤਾ ਜਾਏਗਾ ਤੇ ਇਨਵੈਸਟੀਗੇਸ਼ਨ 'ਚ ਜਿਹੜਾ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੋਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਠੀਕ। ਮੈਂ ਡਾਕਟਰ ਕਮਲ ਸੋਈ, ਇਹ ਬੜੀਆਂ ਅਨਫੋਰਚੂਨੇਟ ਇਨਸੀਡੈਂਟ ਪੰਜਾਬ ਵਿੱਚ ਹੋ ਰਹੇ ਆ, ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਮਿਸਟਰ ਸੋਈ? ਦੇਖੋ, ਇਹਦੇ ਚ ਇੱਦਾਂ ਹੈ KP ਜੀ, ਜੁਗੋਂ ਅਟਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨੇ ਆ ਪਿਛਲੇ 10-12 ਸਾਲ ਤੋਂ ਹੋ ਰਹੀਆਂ ਨੇ ਤੇ ਇਹਦਾ ਜੋ ਮੇਨ ਮਕਸਦ ਮੈਨੂੰ ਲੱਗਦਾ ਹੈਗਾ ਕਿ ਆ ਕਹਿ ਰਹੇ ਸੀਗੇ ਕਿ ਕੋਈ ਫਿਰਕੂ ਤਾਕਤਾਂ ਕਰਾ ਸਕਦੀਆਂ ਹੈਗੀਆਂ। ਇਹਦੇ ਚ ਜਿਹੜਾ ਹੁਣ ਲੇਟੈਸਟ ਹੋਈਆਂ ਇਹਦੇ ਚ ਦੋਨੋਂ ਘਟਨਾਵਾਂ
ਜਿਹੜੇ ਕਰਨ ਵਾਲੇ ਨੇ ਉਹ ਕੇਸ਼ਧਾਰੀ ਪਗੜੀਧਾਰੀ ਸਿੱਖ ਨੇ। ਹੁਣ ਸਭ ਤੋਂ ਜ਼ਿਆਦਾ ਜਿਹੜੀ ਸ਼ਰਮਨਾਕ ਗੱਲ ਹੈਗੀ ਹੈ ਕਿ ਜੇ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਇਹਦੇ ਉੱਪਰ ਕੋਸ਼ਿਸ਼ ਕਰਾਂਗੇ ਨਾ ਹੋਵੇ, ਸਖਤ ਐਕਸ਼ਨ ਲਿੱਤਾ ਜਾਏਗਾ ਅੰਡਰ ਸੈਕਸ਼ਨ 295 ਵੇਰੀਅਸ ਸੈਕਸ਼ਨ ਉਹਨਾਂ BT 307 ਐਟਸੈਟਰਾ ਜਿਹੜੀਆਂ ਲਗਾਈਆਂ ਨੇ, ਲੇਕਿਨ ਸਾਨੂੰ ਲੱਗਦਾ ਹੈ ਕਿ ਜਿਹੜਾ ਫੀਅਰ ਆਫ ਬੀਇੰਗ ਕੌਟ ਹੈ ਜਾਂ ਇੱਕ ਕਾਨੂੰਨ ਦਾ ਡਰ ਹੈ ਉਹ ਲੋਕਾਂ 'ਚ ਕਿਤੇ ਨਾ ਕਿਤੇ ਪਿਛਲੇ 1 ਵਰ੍ਹੇ 'ਚ ਬਿਲਕੁਲ ਹੀ ਖਤਮ ਹੋ ਗਿਆ। ਕਿੱਦਾਂ ਦੀ ਵੀ ਘਟਨਾ ਹੋਵੇ, ਚਾਹੇ ਤੁਸੀਂ ਅਜਨਾਲੀ ਦੀ ਘਟਨਾ ਲੈ ਲਓ, ਚਾਹੇ ਤੁਸੀਂ ਜਦੋਂ ਕਾਲੀ ਮਾਤਾ ਮੰਦਿਰ ਪਟਿਆਲੇ ਦੀ ਘਟਨਾ ਲੈ ਲਓ, ਚਾਹੇ ਥਾਣਿਆਂ ਤੇ ਹਮਲੇ ਲੈ ਲਓ, ਚਾਹੇ ਹੋਰ ਗੁਰੂ ਧਾਮਾਂ ਤੇ, ਚਾਹੇ ਇੱਕ ਸਾਡੇ ਹਿੰਦੂ ਵੀਰ ਦਾ ਸੂਰੀ ਦਾ ਕਤਲ ਲੈ ਲਓ ਅੰਮ੍ਰਿਤਸਰ ਦੇ ਵਿੱਚ। ਆਹ ਘਟਨਾਵਾਂ ਜਿਹੜੀਆਂ ਆਈਸੋਲੇਸ਼ਨ 'ਚ ਨਹੀਂ ਹੋ ਰਹੀਆਂ KP ਜੀ, ਆਹ ਘਟਨਾਵਾਂ ਨੂੰ ਸਾਨੂੰ ਇਨ ਟੋਟੈਲਿਟੀ ਦੇਖਣਾ ਪੈਣਾ ਹੈ ਕਿ ਜਦੋਂ ਫੀਅਰ ਆਫ ਲਾਅ ਖਤਮ ਹੋ ਜੇ ਨਾ, ਉਦੋਂ ਲੋਕੀ ਇਦਾਂ ਦੀਆਂ ਘਟਨਾਵਾਂ ਕਰਕੇ ਤੇ ਬਚਣ ਦੀ ਕੋਸ਼ਿਸ਼ ਕਰਦੇ ਨੇ ਤੇ ਫਿਰ ਕਹਿ ਦਿੱਤਾ ਜਾਂਦਾ ਹੈ ਜੀ ਇਹਦੇ 'ਚ ਇਹਦਾ ਤੇ ਦਿਮਾਗ ਖਰਾਬ ਸੀਗਾ, ਹੀ ਇਜ਼ ਮੈਂਟਲੀ ਇਨਸੇਨ। ਹੁਣ ਇਹਦੇ ਵਿੱਚ ਇੱਕ ਸਭ ਤੋਂ ਜ਼ਿਆਦਾ ਜਿਹੜੀ ਜ਼ਿੰਮੇਵਾਰੀ ਬਣਦੀ ਸੀਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਬਣਦੀ ਸੀ, ਅਪਾਰਟ ਫਰੋਮ ਦੀ ਗਵਰਨਮੈਂਟ। ਇਹ ਗਵਰਨਮੈਂਟ ਇਜ਼ ਕਸਟੋਡੀਅਨ ਆਫ ਲਾਅ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਧਾਮਾਂ ਦੇ ਜਿਹੜੇ ਪ੍ਰਬੰਧਨ ਵਾਸਤੇ ਜ਼ਿੰਮੇਵਾਰ ਹੈਗੀ ਹੈ। ਦੂਸਰੇ ਪਾਸੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੇ ਅਸੀਂ ਕਿਸੇ ਦੇ ਪ੍ਰਧਾਨ ਸਾਹਿਬ, ਇਹਨਾਂ ਨੇ ਕੋਈ ਜਿਹੜੀ ਸੇਧ ਹੈ ਜਾਂ ਕੋਈ ਪ੍ਰੋਟੋਕੋਲ ਹੈ ਉਹ ਕੋਈ ਨਿਯਮ ਤੈਅ ਨਹੀਂ ਕੀਤੇ ਕਿ ਜਿੱਥੇ ਸਾਡੇ ਗੁਰੂ ਸਾਹਿਬ ਵਿਰਾਜਮਾਨ ਹੋਣ ਕੀ ਉੱਥੇ ਪੰਜ ਸ਼ਸਤਰਧਾਰੀ ਸਿੱਖ ਨਹੀਂ ਹੋਣੇ ਚਾਹੀਦੇ? ਕੀ ਉੱਥੇ ਦੇਖੋ ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਆ ਲਿਵਿੰਗ ਗੁਰੂ ਮੰਨੇ ਜਾਂਦੇ ਹੈਗੇ ਨੇ, ਤੇ ਜੇ ਅੱਜ ਛੋਟੇ ਜਿਹੜੇ ਬਾਬੇ ਪ੍ਰਵਚਨ ਕਰਦੇ ਨੇ ਉਹਨਾਂ ਨੂੰ ਤੇ Z+ ਸਿਕਿਉਰਿਟੀ ਦਿੱਤੀ ਜਾਂਦੀ ਹੈ ਤੇ ਸਾਡੇ ਲਿਵਿੰਗ ਗੁਰੂ ਦੀ ਬੇਅਦਬੀ ਹੋ ਜਾਂਦੀ ਹੈ। KP ਜੀ ਬੜੀਆਂ ਗੱਲਾਂ ਜਿਹੜੀਆਂ ਨੇ ਇਹਦੇ ਆਨਸਰ ਜਿਹੜੇ ਨੇ ਇਸ ਵਕਤ ਔਖੇ ਨੇ। ਮੈਂ ਕੱਲ ਵੀ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਇਹਦੇ ਵਾਸਤੇ ਇੱਕ ਹੰਗਾਮੀ ਮੀਟਿੰਗ ਬੁਲਾਈ ਜਾਵੇ, ਇਰਰਿਸਪੈਕਟਿਵ ਆਫ ਦੀ ਪਾਰਟੀ ਲਾਈਨ, ਸਾਰੇ ਸਿੱਖ ਆਗੂਆਂ ਨੂੰ ਸ਼ਾਮਿਲ ਕੀਤਾ ਜਾਵੇ ਤੇ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਸਦਾ ਲਈ ਰੋਕਾ ਜਾਏ, ਨਹੀਂ ਤੇ ਜਾਂ ਇਮੋਸ਼ਨਲ ਸੈਂਟੀਮੈਂਟਲ ਐਜ਼ ਵੈਲ ਐਜ਼ ਬਹੁਤ ਸਾਰੀਆਂ ਸਾਡਾ ਜਿਹੜੇ ਵੋਲੇਟਾਈਲ ਸਿਚੁਏਸ਼ਨ ਬਣ ਜਾਣੀ ਹੈ। ਮਿਸਟਰ ਸੋਈ ਤੁਹਾਨੂੰ ਕੋਈ ਸਾਜ਼ਿਸ਼ ਨਜ਼ਰ ਆਉਂਦੀ ਹੈ ਵਿੱਚ ਬੇਅਦਬੀ ਦੀਆਂ ਘਟਨਾਵਾਂ ਪਿੱਛੇ? ਦੇਖੋ ਸਾਜ਼ਿਸ਼ ਤੇ ਥੋੜੀ ਜਿਹੀ ਸਾਜ਼ਿਸ਼ ਦੀ ਬੂ ਵੀ ਇਸ ਕਰਕੇ ਆਉਂਦੀ ਹੈ ਕਿ ਜਦੋਂ ਕੋਈ ਨਾ ਕੋਈ ਇਸ਼ੂ ਕੋ ਹੈਂਡਲ ਨਹੀਂ ਹੋਇਆ ਤੇ ਉਦੋਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾ ਆਈਆਂ ਹੈਗੀਆਂ ਨੇ ਹੋਂਦ ਦੇ ਵਿੱਚ, ਚਾਹੇ ਉਹ ਕਾਂਗਰਸ ਤੇ ਚਾਹੇ ਉਹ ਅਕਾਲੀ ਸਰਕਾਰ ਹੋਵੇ ਤੇ ਚਾਹੇ ਉਹ ਐਤਕੀ ਦੀ ਸਰਕਾਰ ਹੋਵੇ। ਤੇ ਜਦੋਂ ਤੁਹਾਨੂੰ ਪਤਾ ਕਿ ਚੋਣਾਂ ਲੱਗੇ ਆਉਂਦੀਆਂ ਨੇ ਉਦੋਂ ਘਟਨਾਵਾਂ 'ਚ ਵਾਧਾ ਹੋ ਜਾਂਦਾ। ਮੈਨੂੰ ਸਮਝ ਨਹੀਂ ਲੱਗਦੀ ਉਦੋਂ ਤੁਸੀਂ ਵੀ ਸਰਕਾਰ ਵਿੱਚ ਸੀਗੇ ਸੋਈ ਸਾਹਿਬ ਤੁਸੀਂ ਵੀ ਸਰਕਾਰ ਵਿੱਚ ਸੀ ਉਦੋਂ। ਦੇਖੋ ਉਹ ਤਾਂ ਤੁਹਾਨੂੰ ਦੇਖੋ ਉਹਦੇ 'ਚ ਤੇ ਕੋਈ ਕਹਿਣ ਦੀ ਗੱਲ ਹੀ ਨਹੀਂ ਹੈਗੀ। ਜਦੋਂ ਕਾਲੀ BJP ਸਰਕਾਰ ਕਵਾਂਗੇ ਤੇ ਕਾਲੀ BJP ਸਰਕਾਰ ਦੇ ਅਸੀਂ ਇੱਕ ਨਹੀਂ, ਫਿਰ ਤੁਸੀਂ ਸੋਈ ਸਾਹਿਬ ਇਹ ਕਹਿਣਾ ਚਾਹੁੰਦੇ ਹੋ ਕਾਨੂੰਨ ਦਾ ਡਰ ਉਦੋਂ ਹੀ ਖਤਮ ਹੋ ਗਿਆ ਸੀਗਾ? ਚਲੋ ਤੁਹਾਡੀ ਆਵਾਜ਼ ਬ੍ਰੇਕ ਕਰ ਰਹੀ ਹੈ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਮੈਂ ਆ ਰਿਹਾ ਵਾਪਸ ਆ ਰਿਹਾ ਮੈਂ ਤੁਹਾਨੂੰ ਬੈਠਾ, ਮੈਂ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ, ਤੁਹਾਡੀ ਆਵਾਜ਼ ਬ੍ਰੇਕ ਕਰ ਰਹੀ ਹੈ। ਬੇਅਦਬੀ ਪਿੱਛੇ ਕਿਹੜੀਆਂ ਤਾਕਤਾਂ, ਸਾਡਾ ਸਵਾਲ ਹੀ ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਬੇਅਦਬੀ ਦੇ ਨਾਂ ਤੇ ਪੰਜਾਬ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਡਾਕਟਰ ਸੋਈ ਮੈਂ ਇਹ ਸਵਾਲ ਤੁਹਾਨੂੰ ਕਰ ਰਿਹਾ ਸੀ, ਤੁਸੀਂ ਕਿਹਾ ਸੀਗਾ ਪਿਛਲੇ 10-12 ਸਾਲ ਤੋਂ ਜਿਹੜਾ ਡਰ ਖਤਮ ਹੋ ਗਿਆ ਨਾ, ਤੁਸੀਂ ਐਡਮਿਟ ਕਰਦੇ ਪਏ ਹੋ ਕਿ ਜੋ ਤੁਸੀਂ ਗੱਠਜੋੜ ਵਿੱਚ ਸੀਗੇ ਉਦੋਂ ਤੋਂ ਹੀ ਇਹ ਡਰ ਖਤਮ ਹੋ ਗਿਆ ਕਾਨੂੰਨ ਦਾ? ਮਿਸਟਰ ਸੋਈ ਮੇਰੀ ਆਵਾਜ਼ ਆ ਰਹੀ ਹੈ? ਮਿਸਟਰ ਸੋਈ ਮੇਰੀ ਆਵਾਜ਼ ਆ ਰਹੀ ਹੈ? ਮੈਨੂੰ ਤੇ ਆ ਰਹੀ ਹੈ, ਤੁਹਾਨੂੰ ਆ ਰਹੀ ਹੈ? ਬਿਲਕੁਲ ਬੋਲੋ ਜੀ, ਬੋਲੋ। ਦੇਖੋ ਇਸ ਤਰ੍ਹਾਂ ਹੈ, ਇਹਦੇ 'ਚ ਜਦੋਂ ਕੋਈ ਘਟਨਾ ਹੁੰਦੀ ਹੈ ਤੇ ਜੇ ਉਹਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਡਿਫੈਂਡ ਨਹੀਂ ਕਰ ਸਕਦੇ। ਜੇ ਉਦੋਂ
ਸਿਚੁਏਸ਼ਨ ਆਈ ਸੀਗੀ ਤੇ ਡੇਰਾ ਪ੍ਰੇਮੀਆਂ ਦੇ ਉੱਪਰ ਇਲਜ਼ਾਮ ਲੱਗੇ ਸੀਗੇ ਤੇ ਉਹ ਸਾਰੀ ਦੁਨੀਆ ਸਾਹਮਣੇ ਹੈ ਕੇਪੀ ਜੀ। ਉਦੋਂ ਮੈਂ ਕਹਾਂਗਾ ਕਿ ਲਾ ਐਂਡ ਆਰਡਰ ਉਦੋਂ ਜਿਹੜਾ ਉਹ ਆਈਸੋਲੇਟਡ ਘਟਨਾ ਹੋਈ, ਲੇਕਿਨ ਉਸ ਤੋਂ ਬਾਅਦ ਆ ਘਟਨਾ ਜਿਹੜੀ ਹੈ ਆ ਬੰਦ ਨਹੀਂ ਹੋਈਆਂ। ਗੁਰੂ ਸਾਹਿਬ ਨੂੰ ਬੇਅਦਬੀ ਗੁਰੂ ਸਾਹਿਬ ਦੀ ਕਰਨ ਵਾਸਤੇ, ਗੁਰੂ ਸਾਹਿਬ ਦੀ ਜੋ ਯੂਜ਼ ਕਰਨਾ, ਉਹਦੀ ਬੇਅਦਬੀ ਕਰਨੀ ਤੇ ਆਪਣੇ ਪੋਲੀਟੀਕਲ ਗੇਨ ਵਾਸਤੇ, ਆ ਮੈਨੂੰ ਨਹੀਂ ਪਤਾ ਵੀ ਆ ਕਿਉਂ ਅਸੀਂ ਜਿਹੜੀ ਸਿੱਖ ਸੰਗਤ ਹੈ ਇਹਦੀ ਇਜਾਜ਼ਤ ਕਿਉਂ ਦੇ ਰਹੀ ਹੈ। ਚਲੋ ਇਹ ਬੜਾ ਵੱਡਾ ਪੁਆਇੰਟ ਹੈ, ਬੜਾ ਵੱਡਾ ਪੁਆਇੰਟ ਹੈ, ਇੱਕ ਜਿਹੜਾ ਸਿਆਸਤ ਵਾਲਾ ਪੁਆਇੰਟ ਤੁਸੀਂ ਚੱਕਿਆ। ਮਿਸਟਰ ਖਡਿਆਲ, ਕਾਨੂੰਨ ਦਾ ਖੌਫ ਖਤਮ ਹੋ ਗਿਆ, ਇਸ ਕਰਕੇ ਇਹੋ ਜਿਹੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ? ਉਹ ਵਨ ਆਫ ਦੀ ਰੀਜ਼ਨ ਹੈ, ਇਜ਼ ਨਾਟ ਦੀ ਓਨਲੀ ਰੀਜ਼ਨ, ਵਨ ਆਫ ਦੀ ਰੀਜ਼ਨ ਹੈ। ਦੂਜੀ ਗੱਲ ਇਹ ਹੈ, ਅਸੀਂ ਇਹਨੂੰ ਕੰਡੈਮ ਕਰਦੇ ਨਾ ਹਾਰਸ਼ੈਸਟ ਪੋਸੀਬਲ ਵਰਡਸ, ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ, ਕਿਉਂਕਿ ਲॉलेसनेस ਹੈ, ਕਿਉਂਕਿ ਇਨਐਕਸ਼ਨ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਾ, ਕਾਨੂੰਨ ਦਾ ਡਰ ਖਤਮ ਹੋ ਰਿਹਾ। ਤੁਸੀਂ ਦੇਖੋ ਕਿੰਨੇ ਇਨਸੀਡੈਂਟਸ ਹੋ ਗਏ ਜਦ ਦੀ ਆਮ ਆਦਮੀ ਪਾਰਟੀ ਆਈ ਹੈ। ਇਹਨਾਂ ਨੇ ਪਹਿਲਾਂ ਕਿਹਾ ਸੀਗਾ 24 ਘੰਟਿਆਂ ਦਾ ਅਸੀਂ ਬੇਅਦਬੀ ਮਾਮਲੇ 'ਚ ਇਨਸਾਫ ਕਰਾਂਗੇ, ਫੇਲ ਹੋ ਗਏ। 1.5 ਮਹੀਨੇ 'ਚ ਇਨਸਾਫ ਕਰਾਂਗੇ, ਫੇਲ ਹੋ ਗਏ। ਉਹ ਤੋਂ ਬਾਅਦ ਹੋਰ ਇਨਸੀਡੈਂਟਸ ਹੋਏ ਬੇਅਦਬੀ ਦੇ, ਉਹ 'ਚ ਐਕਸ਼ਨ ਨਹੀਂ ਕਰ ਸਕਦੇ। ਅਸੀਂ ਪੁੱਛਦੇ ਇਹਨਾਂ ਨੂੰ ਕਿ ਆਮ ਆਦਮੀ ਪਾਰਟੀ ਟਾਈਮ ਬਾਉਂਡ ਇਨਵੈਸਟੀਗੇਸ਼ਨ ਕਿਉਂ ਨਹੀਂ ਆਰਡਰ ਕਰ ਰਹੀ? ਅਸੀਂ ਡਿਮਾਂਡ ਕੀਤੀ ਸੀ ਕਿ 2 ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਟਾਈਮ ਬਾਉਂਡ ਤਰੀਕੇ ਨਾਲ ਮੁਕੰਮਲ ਹੋਣੀ ਚਾਹੀਦੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਇਹਦੇ ਪਿੱਛੇ ਕੋਈ ਹੋਰ ਤਾਂ ਨਹੀਂ ਇਨਵੋਲਵਡ, ਕੋਈ ਕਨਸਪੀਰੇਸੀ ਹੈ ਨਹੀਂ ਹੈ, ਕੋਈ ਹੋਰ ਵਿਅਕਤੀ ਇਨਵੋਲਵਡ ਹੈ ਨਹੀਂ ਹੈ, ਕੋਈ ਹੋਰ ਐਂਗਲ ਹੈ ਨਹੀਂ ਹੈ। ਤੇ ਆਮ ਆਦਮੀ ਪਾਰਟੀ ਸਾਨੂੰ ਇਹ ਦੱਸੇ, ਮੇਰਾ ਸਵਾਲ ਸਭ ਤੋਂ ਸੋਲਿਡ ਹੈ, ਇਹ ਜ਼ਰੂਰੀ ਹੈ ਕਿ ਕਿਉਂ ਨਹੀਂ ਟਾਈਮ ਆਊਟ ਕਰਨਾ ਚਾਹੁੰਦੇ ਇਨਵੈਸਟੀਗੇਸ਼ਨ ਨੂੰ, ਕਿਉਂਕਿ ਸਾਡੇ ਲਈ ਇਹ ਤੋਂ ਵੱਡਾ ਕੋਈ ਮੁੱਦਾ ਹੈ ਨਹੀਂ, ਨਾ ਹੋਊਗਾ। ਦੂਜੀ ਗੱਲ ਇਹ ਹੈ ਕਿ ਤੁਸੀਂ ਇਹ ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕ ਆਦਤ ਹੈ ਜੀ ਝੂਠ ਬੋਲਣ ਦੀ। ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਬੜਾ ਸਟੇਬਲ ਰੱਖਿਆ ਜੀ, ਇੱਥੇ ਲॉलेसनेस ਤਾਂ ਹੈ ਹੀ ਨਹੀਂ ਜੀ। ਤੁਸੀਂ ਇਹ ਦੇਖੋ, ਪਟਿਆਲਾ ਕਲੈਸ਼, ਆਈਡੀ ਬੰਬ ਮਿਲੇ, ਆਰਪੀਜੀ ਇੰਟੈਲੀਜੈਂਸ ਹੈਡਕੁਆਰਟਰਸ ਤੇ ਫਾਇਰ ਹੋਏ, ਮੂਸੇਵਾਲੇ ਦਾ ਕਤਲ, ਕਬੱਡੀ ਪਲੇਅਰਸ ਦਾ ਕਤਲ, ਸ਼ਿਵ ਸੈਨਾ ਲੀਡਰ ਦਾ ਕਤਲ, ਡਰੱਗਸ ਇਸ਼ੂ, ਗਵਰਨਰ ਸਾਹਿਬ ਨੂੰ 3 ਬਾਰਡਰ ਡਿਸਟ੍ਰਿਕਟ ਜਾਣਾ ਪੈ ਗਿਆ, ਐਨਡੀਪੀਐਸ ਰਿਲੇਟਡ ਕ੍ਰਾਈਮ ਵੱਧ ਗਿਆ। ਮਿਸਟਰ ਖੜਿਆਲ, ਮੈਂ ਤੁਹਾਡੀ ਗੱਲ ਪੂਰੀ ਸੁਣ ਰਿਹਾ ਮਿਸਟਰ ਖੜਿਆਲ, ਮੈਂ ਤੁਹਾਡੀ ਗੱਲ ਪੂਰੀ ਸੁਣ ਰਿਹਾ ਮਿਸਟਰ ਖੜਿਆਲ। ਤੁਹਾਨੂੰ ਇਹ ਲੱਗਦਾ ਨਹੀਂ ਕਿ ਸਰਕਾਰ ਨੂੰ ਅਸਥਿਰ ਕਰਨ ਲਈ ਕੋਈ ਇਹੋ ਜਿਹੀ ਤਾਕਤ ਕੰਮ ਕਰਦੀ ਪਈ ਹੈ ਜਿਹਦੇ ਵਿੱਚ ਤੁਹਾਨੂੰ ਵੀ ਸਿਆਸਤ ਉੱਪਰ ਉੱਠ ਕੇ ਕੁਝ ਸੋਚਣਾ ਚਾਹੀਦਾ ਮਿਸਟਰ ਖੜਿਆਲ? ਦੇਖੋ ਜੀ, ਇਹ ਤਾਂ ਜੇ ਗੱਲ ਸੱਚ ਹੈ ਕਿ ਨਹੀਂ, ਇਹ ਤਾਂ ਇਨਕੁਆਇਰੀ ਜਦੋਂ ਮੁਕੰਮਲ ਹੋਊਗੀ ਉਦੋਂ ਪਤਾ ਲੱਗੂ। ਲੇਕਿਨ ਜੇ 1% ਵੀ ਸੱਚਾਈ ਹੈ ਕਿ ਸਰਕਾਰ ਨੂੰ ਕੋਈ ਅਸਥਿਰ ਕਰਨਾ ਚਾਹੁੰਦਾ ਹੈ ਤੇ ਸਰਕਾਰ ਕਰਾਵੇ ਨਾ ਟਾਈਮ ਆਊਟ ਇਨਵੈਸਟੀਗੇਸ਼ਨ ਵਾਸਤੇ। ਕਹਿ ਰਹੇ ਆ ਕਰਾਉਣਾ ਕਿਉਂ ਨਹੀਂ ਚਾਹੁੰਦੇ, ਸਵਾਲ ਤਾਂ ਹੈ। ਤੇ ਦੂਜੀ ਗੱਲ, ਮੈਂ ਬੀਜੇਪੀ ਦੀ ਸਰਕਾਰ ਨੂੰ ਪੁੱਛਣਾ ਚਾਹਣਾ ਹੈ ਕਿ ਅਸੀਂ ਦੇਖੋ, ਇਹ ਬਹੁਤ ਵੱਡਾ ਇਸ਼ੂ ਹੈ ਕਿ ਕਾਨੂੰਨ ਦਾ ਡਰ ਨਹੀਂ, ਕਿਉਂਕਿ ਸਜ਼ਾ ਬਹੁਤ ਥੋੜੀ ਹੈ 295A ਦੀ, ਤੇ ਅਸੀਂ ਕਿਹਾ ਸੀਗਾ 295AA ਹੋਣਾ ਚਾਹੀਦਾ ਹੈ, ਉਮਰ ਕੈਦ ਦੀ ਸਜ਼ਾ ਜੇ ਕੋਈ ਬੇਅਦਬੀ ਕਰੂਗਾ। ਅਸੀਂ ਕਾਨੂੰਨ ਵੀ ਪਾਸ ਕਰਤਾ ਸੀਗਾ, ਲੇਕਿਨ ਉਹ ਤੋਂ ਬਾਅਦ ਸੈਂਟਰ ਨੇ ਉਹਨੂੰ ਮਨਜ਼ੂਰੀ ਨਹੀਂ ਦਿੱਤੀ। ਸਾਨੂੰ ਸੋਈ ਸਾਹਿਬ ਦੱਸਣ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਸਾਡੇ ਲਈ ਬਹੁਤ ਵੱਡਾ ਮਸਲਾ ਹੈ, ਬਹੁਤ ਵੱਡਾ ਇਸ਼ੂ ਹੈ, ਤੇ ਦੂਜੇ ਪਾਸੇ ਤੁਹਾਡੀ ਸਰਕਾਰ ਚਾਹੁੰਦੀ ਨਹੀਂ ਕਿ ਉਮਰ ਕੈਦ ਦੀ ਸਜ਼ਾ ਹੋਵੇ ਬੇਅਦਬੀ ਕਰਨ ਵਾਲੇ ਵਿਅਕਤੀ ਲਈ। ਇਹ ਦੋਹਰੇ ਮਾਪਦੰਡ ਡਬਲ ਸਟੈਂਡਰਡ। ਮੈਂ ਦੋਨੋਂ ਸਵਾਲ ਲੈ ਰਿਹਾ ਮਿਸਟਰ ਖੜਿਆਲ, ਤੁਹਾਡੇ ਦੋਨੋਂ ਸਵਾਲ ਲੈ ਰਹੇ। ਆਮ ਆਦਮੀ ਪਾਰਟੀ ਨੇ ਵੀ ਡਿਮਾਂਡ ਕੀਤੀ ਸੀ ਤੁਹਾਡੀ ਸਰਕਾਰ ਜਾਣ ਤੋਂ ਬਾਅਦ। ਮਿਸਟਰ ਮਠਾੜੂ, ਸੋਈ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਾਨੂੰਨ ਦਾ ਡਰ ਖਤਮ ਹੋ ਰਿਹਾ, ਇਸ ਕਰਕੇ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ। ਨਾਲ ਹੀ ਉਹਨਾਂ ਨੇ ਐਸਜੀਪੀਸੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹਨਾਂ ਦੇ ਵੀ ਸਵਾਲ ਚੁੱਕੇ ਹੈ। ਮਿਸਟਰ ਮਠਾੜੂ, ਮਠਾੜੂ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਕਿ ਬੋਲੋ। ਪਹਿਲੀ ਗੱਲ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸਵਾਲ ਚੁੱਕਣਾ ਨਹੀਂ ਚਾਹੀਦਾ ਸਾਨੂੰ, ਸੋਈ ਸਾਹਿਬ ਨੂੰ ਨਹੀਂ, ਇਹ ਵੀ ਸਿੱਖ ਨੇ ਇੱਕ। ਦੂਸਰੀ ਗੱਲ, ਸ਼ਾਇਦ ਸੋਈ ਸਾਹਿਬ ਨੂੰ ਇਸ ਗੱਲ ਤੋਂ ਇਲਮ ਨਹੀਂ ਹੈ ਜੋ ਗੁਰੂ ਘਰ ਦੇ ਵਿੱਚ ਮਰਿੰਡਾ ਵਿਖੇ ਬੇਅਦਬੀ ਹੋਈ ਹੈ। ਸਭ ਤੋਂ ਪਹਿਲਾਂ ਤਾਂ ਅਸੀਂ ਉਸ ਦਾ ਅਫਸੋਸ ਪ੍ਰਗਟ ਕਰਦੇ ਹਾਂ ਤੇ ਉਹਦੀ ਨਿਖੇਧੀ ਕਰਦੇ ਹਾਂ। ਜੋ ਘਟਨਾ ਹੋਈ ਬਹੁਤ ਮਾੜੀ ਹੋਈ, ਕਿਉਂਕਿ ਇਹ ਸਾਰੇ ਜਿਹੜੇ ਸਿੱਖ ਜਗਤ ਤੇ ਸਾਰੀ ਦੁਨੀਆ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਆ ਉਹਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਲੋਕਾਂ ਦੀਆਂ। ਔਰ ਜਿਹੜੀ ਗੱਲ ਕਰਦੇ ਆ ਸ਼੍ਰੋਮਣੀ ਕਮੇਟੀ ਦੀ, ਜਿਹੜਾ ਇਹ ਗੁਰੂ ਘਰ ਹੈ ਇੱਥੇ ਲੋਕਲ ਕਮੇਟੀ ਹੈ, ਉਸ ਗੁਰੂ ਘਰ ਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਅਖਤਿਆਰ ਖੇਤਰ ਦੇ ਵਿੱਚ ਨਹੀਂ ਆਉਂਦਾ। ਸੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੇਖਣੀਆਂ ਚਾਹੀਦੀਆਂ ਬੋਲਣ ਤੋਂ ਪਹਿਲਾਂ। ਦੂਸਰੀ ਗੱਲ ਜਿਹੜੀ ਗੱਲ ਕਰਦੇ ਆ ਆਪਾਂ ਸਰਕਾਰ ਦੀ ਔਰ ਦੂਸਰੀਆਂ ਪਾਰਟੀਆਂ ਦੀ, ਦੇਖੋ 2014 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਸੀ ਔਰ 2015 ਦੇ ਵਿੱਚ ਹੀ ਬੇਅਦਬੀਆਂ ਸ਼ੁਰੂ ਹੋਈਆਂ। ਮੈਂ ਇਹਨਾਂ ਨੂੰ ਬਲੇਮ ਨਹੀਂ ਕਰਦਾ, ਪਰ 2015 ਦੇ ਵਿੱਚ
ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਰੱਜ ਕੇ ਸਿਆਸਤ ਕੀਤੀ। ਕੇਪੀ ਜੀ ਇਹਨਾਂ ਦੀਆਂ ਸਟੇਟਮੈਂਟਾਂ ਕੱਢ ਲਓ ਪੁਰਾਣੀਆਂ। ਇਹਨਾਂ ਨੇ ਕਿਹਾ ਸਰਕਾਰ ਜ਼ਿੰਮੇਵਾਰ ਹੁੰਦੀ ਆ, ਸਰਕਾਰ ਦੀ ਡਿਊਟੀ ਬਣਦੀ ਆ ਇਹਨਾਂ ਕੰਮਾਂ ਨੂੰ ਰੋਕਣ ਵਾਸਤੇ, ਔਰ ਜਿਹੜੀ ਸਰਕਾਰ ਕਮਜ਼ੋਰ ਹੁੰਦੀ ਆ ਉੱਥੇ ਬੇਅਦਬੀਆਂ ਹੁੰਦੀਆਂ। ਔਰ ਇਹਨਾਂ ਨੇ ਇੱਥੋਂ ਤੱਕ ਪ੍ਰਚਾਰ ਕੀਤਾ, ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਰਾਤੀ ਇੱਥੋਂ ਤੱਕ। ਹੁਣ ਮੈਂ ਇੱਕ ਗੱਲ ਸਵਾਲ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਔਰ ਉਹਨਾਂ ਦੇ ਬੁਲਾਰੇ ਸ਼ਸ਼ੀ ਵੀਰ ਜੀ, ਕਿ ਅੱਜ ਜਿਹੜੀ ਬੇਅਦਬੀ ਹੋਈ ਹੈ ਸਾਨੂੰ ਦੁੱਖ ਹੈ, ਬਹੁਤ ਦੁੱਖ ਹੈ। ਸਾਨੂੰ ਉਸ ਵੇਲੇ ਵੀ ਦੁੱਖ ਸੀ, ਸਾਨੂੰ ਹੁਣ ਅੱਜ ਵੀ ਬਹੁਤ ਦੁੱਖ ਹੈ। ਪਰੰਤੂ ਇੱਕ ਗੱਲ ਦਾ ਜਵਾਬ ਅਸੀਂ ਮੰਗਦੇ ਹਾਂ ਕਿ ਇਹ ਜਿਹੜੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਘਰ ਦੇ ਵਿੱਚ ਜਾ ਕੇ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਾਈ ਆ ਕਿ ਭਗਵੰਤ ਮਾਨ ਸਾਹਿਬ ਨੇ ਕਰਾਈ ਆ? ਅੱਜ ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਹੈ ਕਿ ਨਹੀਂ ਹੈ? ਉਹਨਾਂ ਨੂੰ ਦੇਣਾ ਚਾਹੀਦਾ। ਮਿਸਟਰ ਮਠਾੜੂ, ਇਹ ਸਿਆਸੀ ਮਫਾਦ ਲਈ ਵੀ ਕਰਵਾਈ ਜਾਂਦੀ ਹੈ ਬੇਅਦਬੀ, ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ? ਮੈਂ ਕੇਪੀ ਜੀ ਜਿਹੜੀ ਗੱਲ ਕਹਿਣਾ, ਦੇਖੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ 2015 ਦੇ ਵਿੱਚ, ਬਹੁਤ ਵਧੀਆ ਤਰੀਕੇ ਨਾਲ ਦੂਸਰੀ ਵਾਰ ਸਰਕਾਰ ਬਣੀ ਸੀ। ਇਤਿਹਾਸ ਬਣਿਆ ਸੀ ਕਿ ਲਗਾਤਾਰ ਦੂਸਰੀ ਵਾਰ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਸਦਕਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਿਹਨਤ ਸਦਕਾ। ਔਰ ਉਹਨਾਂ ਦੀਆਂ ਡਿਵੈਲਪਮੈਂਟ ਜਿਹੜੀਆਂ ਚੱਲ ਰਹੀਆਂ, ਸ਼੍ਰੋਮਣੀ ਅਕਾਲੀ ਦਲ ਦੀ ਇੰਨੀ ਡਿਵੈਲਪਮੈਂਟ ਪੰਜਾਬ ਨੂੰ ਪੂਰਾ ਤਰੱਕੀਆਂ ਤੇ ਲੈ ਕੇ ਗਏ ਸੀ, ਵੱਡੀਆਂ ਜਿਹੜੀਆਂ ਇੰਡਸਟਰੀਆਂ ਆਉਣ ਲੱਗ ਪਈਆਂ ਸੀ, ਔਰ ਸਾਰਾ ਚਾਹੇ ਹਰ ਖੇਤਰ ਚ, ਚਾਹੇ ਗਰੀਬ ਖੇਤਰ ਦੇ, ਮਜ਼ਦੂਰ ਖੇਤਰ ਦੇ ਵਿੱਚ। ਮਿਸਟਰ ਮਠਾੜੂ, ਮੈਂ ਬਹੁਤ ਸਿੱਧੀ ਗੱਲ ਕਰਨ ਵਾਲਾ ਬੰਦਾ। ਮਿਸਟਰ ਮਠਾੜੂ ਸੁਣ ਲਓ ਨਾ, ਮਿਸਟਰ ਮਠਾੜੂ ਸੁਣ ਲਓ। ਜੇ ਇਹਨਾਂ ਦੇ ਕਾਰਜਕਾਲ ਵਿੱਚ ਬੇਅਦਬੀ ਹੋਈ ਹੈ ਤੇ ਜੇ ਤੁਹਾਡੇ ਕਾਰਜਕਾਲ ਵਿੱਚ ਹੋਈ ਹੈ, ਨਾ ਤੁਸੀਂ ਉਹਨਾਂ ਤੋਂ ਸੁਰਖਰੂ ਹੋ ਸਕਦੇ ਹੋ, ਨਾ ਇਹ ਹੋ ਸਕਦੇ ਆ। ਉਹਦਾ ਸਾਰੇ ਕਨੈਕਸ਼ਨ ਜੋੜਨੇ ਪੈਣਗੇ। 2007 ਦੇ ਕੇਸ ਦਾ ਕੀ ਬਣਿਆ, MSG ਤੇ ਤੁਸੀਂ ਕੀ ਕੀਤਾ, ਉਸ ਤੇ ਪੋਸਟਰ ਲੱਗੇ, ਉਹ ਤੁਸੀਂ ਕੀ ਕੀਤਾ ਮਠਾੜੂ ਸਾਹਿਬ? ਉਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ। ਮਠਾੜੂ ਸਾਹਿਬ ਇੱਕ ਮਿੰਟ ਰੁਕ ਜਾਓ। ਹੁਣ ਸ਼ਸ਼ੀ ਵੀਰ ਸ਼ਰਮਾ, ਇਹ ਟਾਈਮ ਬਾਉਂਡ ਇਨਵੈਸਟੀਗੇਸ਼ਨ ਮੰਗਦੀ ਹੈ ਕਾਂਗਰਸ? ਸਰ ਟਾਈਮ ਬਾਉਂਡ ਇਨਵੈਸਟੀਗੇਸ਼ਨ ਡੈਫੀਨਿਟਲੀ ਸੇ ਟਾਈਮ ਬਾਉਂਡ ਇਨਵੈਸਟੀਗੇਸ਼ਨ ਆਲਰੇਡੀ ਇਨਵੈਸਟੀਗੇਸ਼ਨ ਸਟਾਰਟ ਹੋ ਚੁੱਕੀ ਹੈ। ਜਦੋਂ ਡੀਜੀਪੀ ਨੇ ਖੁਦ ਆ ਕੇ ਦੱਸ ਦਿੱਤਾ ਕਿ ਇਹਦੇ ਵਿੱਚ ਆਲਰੇਡੀ ਅਰੈਸਟ ਪਾ ਚੁੱਕੇ ਆ, ਐਂਗਲ ਖੰਗਾਲਣ ਦੀ ਗੱਲ ਕਰ ਰਹੇ ਆ। ਹੁਣ ਕਾਂਗਰਸ ਸਿਰਫ ਸਿਆਸਤ ਕਰਨ ਤੋਂ ਬਾਅਦ ਨਹੀਂ ਆ ਰਹੀ, ਕਿਉਂਕਿ ਟਾਈਮ ਬਾਉਂਡ ਇਨਵੈਸਟੀਗੇਸ਼ਨ ਕਹਿ ਕੇ 2 ਦਿਨ ਦੀ ਇਨਵੈਸਟੀਗੇਸ਼ਨ ਦਾ ਕਹਿ ਰਹੇ, ਕਿਉਂਕਿ ਇਨਵੈਸਟੀਗੇਸ਼ਨ ਦਾ ਮੇਨ ਪਰਪਸ ਹੁੰਦਾ ਕਿ ਜੋ ਵੀ ਸੱਚ ਉਹਨੂੰ ਸਾਹਮਣੇ ਲੈ ਕੇ ਆਣਾ। ਅਸੀਂ ਆਲਰੇਡੀ ਕਹਿ ਰਹੇ ਹਾਂ ਕਿ ਜਿਹੜਾ ਵੀ ਬੰਦਾ ਕੋਈ ਇਨਵੋਲਵ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ। ਕਾਂਗਰਸ ਕੋਈ ਨੌਖੀ ਡਿਮਾਂਡ ਨਹੀਂ ਕਰਦੀ ਪਈ, ਇਹ ਤਾਂ ਤੁਸੀਂ ਇਹੋ ਜਿਹੀ ਡਿਮਾਂਡ ਕਰਦੇ ਹੋ, ਤੁਸੀਂ ਉਹਨਾਂ ਨੇ ਵੀ ਕਰਤੀ। ਨਹੀਂ ਸਰ, ਜਿਸ ਤਰੀਕੇ ਨਾਲ 2 ਦਿਨ ਦੀ ਇਨਵੈਸਟੀਗੇਸ਼ਨ ਦਾ ਕਹਿ ਰਹੇ ਨੇ, ਅਸੀਂ ਆਲਰੇਡੀ ਅਰੈਸਟ ਪੈ ਚੁੱਕੀ ਹੈ। ਅਰੈਸਟ ਤੋਂ ਬਾਅਦ ਖੁਦ ਵਕੀਲ ਨੇ ਖੜਿਆਲ ਸਾਹਿਬ, ਉਹਨਾਂ ਨੂੰ ਪਤਾ ਹੈ ਕਿ ਜਦੋਂ ਇਨਵੈਸਟੀਗੇਸ਼ਨ ਸਟਾਰਟ ਹੁੰਦੀ, ਜਿਸ ਤਰੀਕੇ ਦੇ ਨਾਲ ਜਿੰਨੇ ਦਿਨ ਦਾ ਰਿਮਾਂਡ ਮਿਲਿਆ, ਰਿਮਾਂਡ ਦੇ ਵਿੱਚ ਜਿਹੜੀ ਉਹਨਾਂ ਨੇ ਰਿਮਾਂਡ ਵਾਸਤੇ ਜਿਹੜਾ ਕੰਮ ਕਰਨਾ ਵਾ, ਇਨਵੈਸਟੀਗੇਸ਼ਨ ਕਰਨਾ, ਇਨਵੈਸਟੀਗੇਸ਼ਨ ਦੀ ਤਾਂ ਸਟਾਰਟ ਹੋਈ ਹੈ, ਉਹਦੇ ਵਿੱਚ ਕੰਮ ਚੱਲ ਰਿਹਾ ਹੈ। ਆਲਰੇਡੀ ਡੀਜੀਪੀ ਸਾਹਿਬ ਦੱਸ ਕੇ ਹਟੇ ਨੇ, ਅਗਰ ਕੋਈ ਵੀ ਐਂਗਲ ਇਨਵੋਲਵ ਹੋਏਗਾ ਉਹਨੂੰ ਐਕਸਪੋਜ਼ ਕੀਤਾ ਜਾਏਗਾ, ਕੋਈ ਵੀ ਬੰਦਾ ਦੇ ਵਿੱਚ ਇਨਵੋਲਵ ਹੋਏਗਾ ਉਹਦੇ ਤੇ ਕਾਰਵਾਈ ਕੀਤੀ ਜਾਏਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਨਹੀਂ ਸ਼ਸ਼ੀ ਵੀਰ, ਰਿਮਾਂਡ ਤੇ ਤੁਸੀਂ ਲੈ ਲਿਆ ਮੁਲਜ਼ਮ, ਤੁਸੀਂ ਇਹ ਕਹਿ ਰਹੇ ਹੋ। ਸ਼ਸ਼ੀ ਵੀਰ, ਸਵਾਲ ਸੰਗਤ ਦਾ ਹੈ, ਚਲੋ ਸਿਆਸਤ ਨੂੰ ਪਾਸੇ ਛੱਡ ਦਿੰਨੇ ਆਪਾਂ। ਸੰਗਤ ਨੂੰ ਕਿਵੇਂ ਤੁਸੀਂ ਕਿਵੇਂ ਹੌਸਲਾ ਦਿਓਗੇ, ਕਿਵੇਂ ਉਹਨਾਂ ਨੂੰ ਕਹੋਗੇ ਸਬਰ ਰੱਖੋ? ਉਹ ਤਾਂ ਨਹੀਂ ਮੰਨਦੇ ਪਏ ਲੋਕ ਤੁਹਾਡੀ ਦੀ ਗੱਲ। ਸ਼ਸ਼ੀ ਵੀਰ ਸ਼ਰਮਾ ਸਰ, ਜਿਹੜਾ ਇਨਸੀਡੈਂਟ ਹੈ ਬਹੁਤ ਅਨਫੋਰਚੂਨੇਟ ਇਨਸੀਡੈਂਟ ਹੈ, ਇਹਦੇ ਨਾਲ ਹਰ ਵਰਗ ਨੂੰ ਕਿਤੇ ਨਾ ਕਿਤੇ ਠੇਸ ਪਹੁੰਚੀ ਹੈ, ਕਿਉਂਕਿ ਇਹ ਇਨਸੀਡੈਂਟ ਕਰਨ ਵਾਲੇ ਦੀ ਕੀ ਮਨਸ਼ਾ ਸੀਗੀ ਉਹ ਵੀ ਇਨਵੈਸਟੀਗੇਸ਼ਨ ਸਾਹਮਣੇ ਨਿਕਲ ਕੇ ਆ ਜਾਏਗਾ। ਇਨਸੀਡੈਂਟ ਕਰਨ ਵਾਲਾ ਕਿਸੇ ਤੋਂ ਪੈਸੇ ਲੈ ਕੇ ਆਇਆ ਸੀ, ਪ੍ਰੇਰਿਤ ਹੋ ਕੇ ਆਇਆ ਸੀ, ਜੋ ਵੀ ਕੋਈ ਐਂਗਲ ਹੋਗਾ ਉਹ ਇਨਵੈਸਟੀਗੇਸ਼ਨ ਦਾ ਪਰਪਸ ਹੈਗਾ ਕਲੀਅਰ ਕਰਨਾ, ਉਹ ਡੈਫੀਨਿਟਲੀ ਕਲੀਅਰ ਕਰਕੇ ਸੰਗਤ ਵਿੱਚ ਰੱਖਿਆ ਜਾਏਗਾ। ਸ਼ਸ਼ੀ ਵੀਰ ਜਾਏਗਾ। ਦੂਸਰੀ ਗੱਲ ਸਰ, ਜੀ ਬੇਸਿਕਲੀ ਹੁਣ ਐਕਟ ਜੋ ਮੈਂ ਧਾਰਾ ਦਾ ਦੱਸ ਕੇ ਹਟਾਈ, 295A ਲੱਗੀ ਹੈ, 307 ਲੱਗੀ ਹੈ, ਆਫੈਂਸਿਸ ਲੱਗ ਗਏ ਨੇ। 295AA ਆਲਰੇਡੀ ਪੈਂਡਿੰਗ ਹੈ, ਜਿਹਦੇ ਚ ਆਲਰੇਡੀ ਰਿਕੁਐਸਟ ਕਰ ਰਹੇ ਆ ਕਿ ਜਿਹਦੇ ਵਿੱਚ ਅਸੀਂ ਆਲਰੇਡੀ ਲਾਈਫ ਇੰਪ੍ਰਿਜ਼ਨਮੈਂਟ ਤੱਕ ਦੀ ਸੀਗੀ, ਉਹ ਕਾਂਗਰਸ ਦੇ ਟਾਈਮ ਦੇ ਉੱਤੇ ਜਦੋਂ ਉਹਨਾਂ ਨੇ ਬਿੱਲ ਨੂੰ ਪਾਸ ਕਰਕੇ ਅਸੈਂਟ ਵਾਸਤੇ ਉੱਪਰ ਭੇਜਿਆ ਸੀਗਾ। ਹੁਣ ਬੀਜੇਪੀ ਦੇ ਪ੍ਰਵਕਤਾ ਇੱਥੇ ਬੈਠੇ ਨੇ, ਉਹ ਇੱਥੇ ਡਬਲ ਸਟੈਂਡਰਡ ਗੱਲ ਕਰ ਰਹੇ ਨੇ ਕਿ ਤੁਸੀਂ ਇਸ ਇਨਸੀਡੈਂਟ ਨੂੰ ਲੈ ਕੇ ਆ ਰਹੇ ਹੋ। ਮੈਂ ਪੁੱਛ ਰਿਹਾ ਨਾ ਸ਼ਸ਼ੀ ਵੀਰ, ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ। 295AA ਤਾਂ ਮਿਸਯੂਜ਼ ਤਾਂ ਨਹੀਂ ਕਰੂਗੀ ਪੋਲਿਟਿਕਸ? ਸਰ, ਪੋਲਿਟਿਕਸ ਆਮ ਆਦਮੀ ਪਾਰਟੀ ਕਿਸੇ ਵੀ ਤਰ੍ਹਾਂ ਦੇ ਸਿਆਸੀ ਤਰੀਕੇ ਨਾਲ ਕਿਸੇ ਵੀ ਧਾਰਾ ਨੂੰ ਕਿਸੇ ਵੀ ਬੰਦੇ ਮਿਸਯੂਜ਼ ਨਹੀਂ ਕਰ ਰਹੇ, ਨਾ ਹੀ NDPS ਨੂੰ ਯੂਜ਼ ਕਰ ਰਹੇ ਆ। ਪੁਰਾਣੇ ਸਮੇਂ ਦੇਖਿਆ ਨਸ਼ੇ ਦੇ ਕਿੰਨੇ ਝੂਠੇ ਕੇਸਿਸ ਹੋਏ ਸੀਗੇ, ਕਿਸੇ ਨੂੰ ਮਿਸਯੂਜ਼ ਨਹੀਂ ਹੋਏਗਾ, ਸਗੋਂ ਇਨਵੈਸਟੀਗੇਸ਼ਨ ਦੇ ਕਲੀਅਰ ਹੋ ਕੇ ਜਦੋਂ ਇੱਕ ਵਾਰੀ ਡਰ ਬਣੇਗਾ ਸਜ਼ਾ ਦਾ, ਤੇ ਉਹਦੇ ਨਾਲ ਅਗਲੇ ਜਿਹੜੇ ਘਟਨਾਵਾਂ ਰੁਕਣਗੀਆਂ ਆਉਣ ਵਾਲੇ ਸਮੇਂ ਦੇ। ਚਲੋ ਠੀਕ ਹੈ, ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂ ਕੇ ਸਵਾਲ ਬਹੁਤ ਸਾਰੇ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਸਵਾਲ ਦਾ ਜਵਾਬ ਲਈਏ। ਵਾਪਸ ਆ ਰਹੇ ਮੁੜ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਬੇਅਦਬੀ ਦੇ ਨਾਂ ਤੇ ਪੰਜਾਬ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਸੋਈ ਸਾਹਿਬ, ਤੁਸੀਂ ਕਿਹਾ ਕਾਨੂੰਨ ਦਾ ਡਰ ਖਤਮ ਹੋ ਰਿਹਾ ਪਿਛਲੇ 10-12 ਸਾਲ ਤੋਂ, ਤੇ ਆਪੋਜੀਸ਼ਨ, ਤੁਹਾਡੀ ਆਪੋਜੀਸ਼ਨ ਇਹ ਕਹਿੰਦੀ ਵੀ ਇਹ 295AA ਕਰ ਦਿਓ, ਕਹਿੰਦੇ ਕਾਨੂੰਨ ਦਾ ਡਰ ਹੋਰ ਪੈਦਾ ਹੋ ਜਾਊਗਾ।
ਜਿਹੜਾ ਖਤਮ ਹੋਣ ਦੀ ਕੋਸ਼ਿਸ਼ ਵਿੱਚ ਹੈ? ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕੇਪੀ ਜੀ। ਇਹਦੇ ਵਾਸਤੇ ਬੀਜੇਪੀ ਪੰਜਾਬ ਯੂਨਿਟ ਆਲਰੇਡੀ ਸੈਂਟਰ ਦੇ ਨਾਲ ਇਨ ਟੱਚ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਆ ਜਲਦੀ ਹੋ ਜਾਣਾ ਚਾਹੀਦਾ ਹੈ। ਦੂਜੇ ਪਾਸੇ ਜਿਹੜੀ ਮਠਾਰੂ ਸਾਹਿਬ ਗੱਲ ਕਰ ਰਹੇ, ਜੇ ਤੁਸੀਂ ਕਿਹਾ ਸੀਗਾ ਮੈਂ ਅਕਾਲ ਤਖਤ ਜਥੇਦਾਰ ਸਾਹਿਬ ਨੂੰ ਕੋਈ ਸਵਾਲ ਨਹੀਂ ਕੀਤਾ, ਉਹਨਾਂ ਨੂੰ ਇੰਟਰਵੀਨ ਕਰਨ ਨੂੰ ਕਿਹਾ, ਕਿਉਂਕਿ ਅਸੀਂ ਇਸ ਵਕਤ ਸਾਡੀ ਜਿਹੜੀ ਰਿਐਕਸ਼ਨ ਹੁੰਦਾ ਹੈਗਾ, ਸਾਡਾ ਰਿਐਕਟਿਵ ਅਸੀਂ ਕਰਦੇ ਹੈਗੇ ਆ ਕਿ ਇਹ ਘਟਨਾ ਹੋ ਜੇ ਬਾਅਦ ਚ ਕੀ ਕਰੀਏ, ਲੇਕਿਨ ਇਹ ਘਟਨਾ ਨਾ ਹੋਵੇ। ਜਥੇਦਾਰ ਸਾਹਿਬ ਨੂੰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੂੰ ਤੇ ਸਾਰੇ ਹੋਰ ਜਿਹੜੇ ਸਿੱਖ ਬੁੱਧੀਜੀਵੀ ਨੇ ਜਾਂ ਸਿੱਖ ਜਿਹੜੇ ਬਾਕੀ ਜਿਹੜੀਆਂ ਪਾਰਟੀਆਂ ਚ ਵੀ ਹੋਣ, ਆ ਇਕੱਠੇ ਬਹਿ ਕੇ ਵਿਉਂਤਬੰਦੀ ਕਰਨੀ ਪੈਣੀ ਹੈ। ਆ ਨਹੀਂ ਹੋਣਾ ਚਾਹੀਦਾ ਕਿ ਅਜੇ ਪਿਛਲੇ 15 ਸਾਲਾਂ ਚੋਂ ਅਸੀਂ ਬੇਅਦਬੀਆਂ ਦਾ ਸੰਤਾਪ ਭੋਗ ਰਹੇ ਹਾਂ। ਏਦਾਂ ਦੀ ਵੋਲੇਟਾਈਲ ਸਿਚੁਏਸ਼ਨ ਹੋ ਜਾਂਦੀ ਹੈ। ਤੁਸੀਂ ਦੇਖੋ ਕਿ ਹਿਰਦੇ ਬਲੂੰਗੜੇ ਜਾਂਦੇ ਨੇ, ਦੇਸ਼ਾਂ ਵਿਦੇਸ਼ਾਂ ਤੋਂ ਫੋਨ ਆਉਂਦੇ ਨੇ ਕਿ ਪੰਜਾਬ 'ਚ ਹੋ ਕੀ ਰਿਹਾ, ਤੇ ਇਸ ਕਰਕੇ ਆ ਜਿਹੜੀਆਂ ਸਾਨੂੰ ਕਿਤੇ ਨਾ ਕਿਤੇ ਜਾ ਕੇ ਤੇ ਆ ਪਲਾਨਿੰਗ ਕਰਨੀ ਪੈਣੀ ਹੈ ਕਿ ਇਦਾਂ ਨੂੰ ਸਾਨੂੰ ਰਿਐਕਸ਼ਨ ਨਾ ਦੇਣਾ ਪਵੇ, ਅਸੀਂ ਪ੍ਰੋਐਕਟਿਵ ਹੋਈਏ ਕਿ ਇਦਾਂ ਦੀ ਘਟਨਾ ਅੱਗੇ ਤੋਂ ਹੋਵੇ ਹੀ ਨਾ। ਤੇ ਜਿਹੜੀ ਮੌਕੇ ਦੀ ਸਰਕਾਰ ਹੈਗੀ ਹੈ ਉਹਨੂੰ ਵੀ ਇਨਸ਼ੋਰ ਕਰਨਾ ਪੈਣਾ ਹੈ ਕਿ ਆ ਲॉलेसनेस ਜਿਹੜੀ ਹੈਗੀ ਹੈ। ਦੇਖੋ ਅੱਜ ਬੜੇ ਸਿੰਪਲੀ ਕਹਿ ਦਿੱਤਾ ਜਾਂਦਾ, ਹਾਂਜੀ ਇਹ 295 ਡਬਲ ਕਰ ਦਿਓ ਜੀ, ਉਮਰ ਕੈਦ ਦੀ ਸਜ਼ਾ ਹੋ ਜੇ ਜੀ, ਫਾਂਸੀ ਦੀ ਸਜ਼ਾ ਹੋ ਜੇ। ਪਹਿਲਾਂ ਹੋਵੇ ਹੀ ਕਿਉਂ? ਇਦਾਂ ਦੀ ਘਟਨਾਵਾਂ ਸਾਡੇ ਨਹੀਂ ਸੋਈ ਸਾਹਿਬ ਤੁਸੀਂ ਮੈਨੂੰ ਮੇਰੇ ਸਵਾਲ ਦਾ ਸਿੱਧਾ ਜਵਾਬ ਦਿਓ ਨਾ। ਜੇ 295 ਡਬਲ ਏ ਹੁੰਦੀ ਹੈ, ਤੁਹਾਨੂੰ ਲੱਗਦਾ ਕਿ ਨਕੇਲ ਕੱਸੀ ਜਾ ਸਕਦੀ ਹੈ ਬੇਅਦਬੀ ਦੀਆਂ ਘਟਨਾਵਾਂ ਤੇ ਜਾਂ ਨਹੀਂ? ਦੇਖੋ ਇਸ ਤਰ੍ਹਾਂ ਹੁੰਦਾ ਹੈ। ਅੱਜ ਮੈਂ ਹੁਣ ਮੈਨੂੰ ਦੇਖੋ ਬੜਾ ਟ੍ਰਿਕੀ ਸਵਾਲ ਤੁਸੀਂ ਪੁੱਛਦੇ ਹੋ, ਇਹਦਾ ਜਵਾਬ ਦੇਣਾ ਨਾ ਬੜਾ ਔਖਾ ਹੈ। ਅਸੀਂ ਹਿੰਦੁਸਤਾਨ ਦੀ ਸਰਕਾਰ ਕੋਲੋਂ ਬੀਜੇਪੀ ਪੰਜਾਬ ਆ ਮੰਗ ਰੱਖੇਗੀ ਕਿ ਇਹਦੇ ਵਾਸਤੇ ਜਿਹੜੀ ਸਖਤ ਤੋਂ ਸਖਤ ਸਜ਼ਾ ਹੈਗੀ ਹੈ ਉਹ ਦਿੱਤੀ ਜਾਵੇ। ਡਾਕਟਰ ਕਮਲ ਸੋਈ, ਮੈਂ ਸਵਾਲ ਸੌਖਾ ਕਰ ਦਿੰਦਾ ਡਾਕਟਰ ਸੋਈ, ਕੀ ਪੰਜਾਬ ਬੀਜੇਪੀ ਨੇ ਹੁਣ ਤੱਕ ਕੋਈ ਚਿੱਠੀ ਪੱਤਰੀ ਕੀਤੀ ਹੈ ਕੇਂਦਰ ਨਾਲ ਇਸ ਮੁੱਦੇ ਤੇ? ਅਸੀਂ ਮੈਂ ਤੁਹਾਨੂੰ ਕਹਿ ਰਿਹਾ, ਅਸੀਂ ਡਿਮਾਂਡ ਕਰ ਰਹੇ ਹਾਂ ਕੇਂਦਰ ਕੋਲੋਂ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਜਿਹਨੂੰ ਅਸੀਂ ਗੁਰੂ ਮੰਨਦੇ ਆ ਉਹਦੀ ਕੋਈ ਨਹੀਂ। ਸੋਈ ਸਾਹਿਬ ਤੁਸੀਂ ਹੁਣੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਇੰਟਰਵੀਨ ਕਰਨਾ ਚਾਹੀਦਾ ਹੈ, ਘਟਨਾ ਹੋਣ ਤੋਂ ਪਹਿਲਾਂ ਪ੍ਰੋਐਕਟਿਵ ਹੋਣਾ ਚਾਹੀਦਾ। ਤੁਸੀਂ ਹੁਣੇ ਕਹਿ ਰਹੇ ਹੋ ਸਰ, ਸੋਈ ਸਾਹਿਬ ਤੁਸੀਂ ਹੁਣ ਕਹਿ ਰਹੇ ਹੋ ਅਸੀਂ ਡਿਮਾਂਡ ਕਰਾਂਗੇ ਸਰ, ਪ੍ਰੋਐਕਟਿਵ ਤਾਂ ਫਿਰ ਕੌਣ ਹੈ ਸਰ? ਮੇਰਾ ਸਵਾਲ ਤਾਂ ਇਹੀ ਹੈ ਮਿਸਟਰ ਸੋਈ। ਇਸ ਤਰ੍ਹਾਂ ਹੁੰਦਾ ਹੈ, ਦੇਖੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਹੈਗਾ, ਬੀਜੇਪੀ ਪੰਜਾਬ, ਬੀਜੇਪੀ ਹਿੰਦੁਸਤਾਨ, ਈਵਨ ਪ੍ਰਧਾਨ ਮੰਤਰੀ ਮੋਦੀ ਸਾਹਿਬ ਬਹੁਤ ਸੈਂਸਿਟਿਵ ਨੇ ਇਹ ਘਟਨਾਵਾਂ ਦੇ ਪ੍ਰਤੀ, ਤੇ ਇਸ ਕਰਕੇ ਜਿਹੜੇ ਵੀ ਸਾਨੂੰ ਉੱਥੋਂ ਦੇ ਸੈਂਟਰ ਤੋਂ ਸਟੈਪ ਲੈਣੇ ਪੈਣਗੇ ਅਸੀਂ ਲਵਾਂਗੇ ਤਾਂ ਕਿ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਸਾਡੇ ਗੁਰੂ ਕਰਨ ਵਾਸਤੇ। ਠੀਕ ਹਾਂ ਮਿਸਟਰ ਖੜਿਆਲ ਬੋਲੋ ਫਟਾਫਟ। ਤੁਸੀਂ ਇਹ ਦੇਖੋ ਕੇਪੀ ਜੀ ਕਿ ਭਾਰਤੀ ਜਨਤਾ ਪਾਰਟੀ ਇੱਕ ਪਾਸੇ ਕਹਿ ਰਹੀ ਹੈ ਕਿ ਕਾਨੂੰਨ ਦਾ ਡਰ ਖਤਮ ਹੋ ਗਿਆ, ਤੇ ਜਦੋਂ ਅਸੀਂ ਸਜ਼ਾ ਵਧਾਉਣ ਲਈ ਬਿੱਲ ਭੇਜਦੇ ਆ ਉਹਨੂੰ ਮਨਜ਼ੂਰੀ ਨਹੀਂ ਦਿੰਦੇ। ਉਹਦੇ ਬਾਅਦ ਕਹਿੰਦੇ ਕੀ ਹੈ, ਕਹਿੰਦੇ ਜੀ ਕਮਿਊਨੀਕੇਸ਼ਨ ਚੱਲ ਰਹੀ, ਅਸੀਂ ਡਿਮਾਂਡ ਰੱਖ ਰਹੇ ਹਾਂ। ਡਿਮਾਂਡ ਤੁਹਾਨੂੰ ਰੱਖਣ ਦੀ ਸਾਹਿਬ ਕੀ ਲੋੜ ਹੈ? ਤੁਹਾਡੀ ਸਰਕਾਰ ਹੈ ਜੀ ਸੈਂਟਰ ਦੇ ਵਿੱਚ, ਤੁਹਾਨੂੰ ਡਿਮਾਂਡ ਰੱਖਣ ਦੀ ਲੋੜ ਨਹੀਂ ਪੈਂਦੀ। ਡਿਮਾਂਡ ਤਾਂ ਉਹਨਾਂ ਨੂੰ ਪੈਂਦੀ ਹੈ ਜਿਹੜੇ ਤੁਹਾਡੇ ਸਬਜੈਕਟਸ ਨੇ ਜਾਂ ਸਟੇਟਸ ਨੇ। ਤੇ ਬੀਜੇਪੀ ਇੱਕ ਸਿੰਪਲ ਜੀ ਗੱਲ ਦੱਸੇ, 2014 ਤੋਂ ਲੈ ਕੇ 2023 ਹੋ ਗਿਆ, ਤੁਸੀਂ ਇੱਕ ਦਫਾ ਵੀ ਇਹ ਗੱਲ ਕਦੇ ਕਹੀ ਪਾਰਲੀਮੈਂਟ ਦੇ ਵਿੱਚ ਵੀ ਸਜ਼ਾ ਵਧਣੀ ਚਾਹੀਦੀ ਹੈ? ਤੁਸੀਂ ਇੱਕ ਬਿੱਲ ਵੀ ਪਾਸ ਕੀਤਾ, ਉਹਦਾ ਜਵਾਬ ਹੈ ਨਹੀਂ। ਐਕਸ਼ਨਸ ਦੇ ਵਿੱਚ ਤੇ ਸ਼ਬਦਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਇਹਨੂੰ ਦੋਹਰੇ ਮਾਪਦੰਡ ਕਹਿੰਦੇ ਤੇ ਬੀਜੇਪੀ ਅੱਜ ਐਕਸਪੋਜ਼ ਹੋ ਗਈ ਹੈ। ਦੂਜੀ ਗੱਲ, ਇਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਕਾਨੂੰਨ ਆਉਣ ਨਾਲ ਕੀ ਇਹ ਹੋਣੇ ਨਹੀਂ ਚਾਹੀਦੇ, ਕਹਿੰਦੇ ਇਨ ਫਰਸਟ ਪਲੇਸ ਵੀ ਕਾਨੂੰਨ ਵੀ ਕਿਉਂ ਸਖਤ ਹੋਏ, ਵੀ ਜੇ ਕਾਨੂੰਨ ਸਖਤ ਹੋਊਗਾ ਤਾਂ ਡੈਟਰੈਂਸ ਹੋਊਗੀ, ਬੰਦਾ ਡਰੂਗਾ, ਬੰਦਾ ਐਕਸ਼ਨ ਹੀ ਨਹੀਂ ਲੈ ਪਾਊਗਾ, ਬੰਦੇ ਦੇ ਮਨ ਦੇ ਵਿੱਚ ਫੀਅਰ ਆਫ ਲਾਅ ਹੋਊਗਾ, ਕਾਨੂੰਨ ਦੀ ਸਖਤਾਈ ਦਾ ਡਰ ਹੋਊਗਾ। ਦੂਜਾ ਇਹ ਹੈ ਜੀ ਆਪਣਾ ਇਹਨਾਂ ਨੇ ਸ਼ਸ਼ੀ ਜੀ ਨੇ ਗੱਲ ਕੀ ਕਹੀ, ਕਹਿੰਦੇ ਜੀ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਹੈ, ਬੰਦਾ ਅਰੈਸਟ ਹੋ ਗਿਆ। ਸ਼ਸ਼ੀ ਜੀ ਨੂੰ ਵੀ ਪਤਾ ਹੈ ਵੀ ਵਕੀਲ ਨੇ ਕਿ ਬੰਦਾ ਸਿਰਫ ਅਰੈਸਟ ਹੋਇਆ, ਇਹਦੇ ਪਿੱਛੇ ਕੌਣ ਹੈ, ਕੋਈ ਵੱਡੀ ਸਾਜ਼ਿਸ਼ ਹੈ, ਕੋਈ ਕਨਸਪੀਰੇਸੀ ਹੈ, ਹੋਰ ਲੋਕ ਇਨਵੋਲਡ ਹੈ। ਚਲਾਨ ਕੋ ਪੇਸ਼ ਹੁੰਦਾ ਹੈ, ਆਪਣਾ ਚਲਾਨ ਤਾਂ ਹੀ ਪੇਸ਼ ਹੁੰਦਾ ਹੈ ਤਾਂ ਕਿ ਪਤਾ ਲੱਗੇ ਵੀ ਹੋਰ ਕੋਈ ਇਨਵੋਲਡ ਸੀਗਾ ਕਿ ਨਹੀਂ ਸੀਗਾ। ਤਾਂ ਕਰਕੇ ਕਹਿੰਦੇ ਆ ਵੀ ਤੁਸੀਂ ਟਾਈਮ ਬਾਉਂਡ ਇਨਵੈਸਟੀਗੇਸ਼ਨ ਕਰਨ ਚ ਤੁਹਾਨੂੰ ਦਿੱਕਤ ਕੀ ਹੈ, ਕਿਉਂਕਿ ਮੂਸੇ ਵਾਲੇ ਦੇ ਕੇਸ ਵੀ ਇਨਵੈਸਟੀਗੇਸ਼ਨ ਕਰ ਰਹੇ ਸਾਹਿਬ, ਅਜੇ ਸਾਰੇ ਫੜੇ ਨਹੀਂ ਗਏ, ਐਕਸਟ੍ਰੈਡੀਸ਼ਨ ਨਹੀਂ ਹੋਇਆ, ਇਨਸਾਫ ਨਹੀਂ ਹੋਇਆ, ਹੋਰ ਕਿਸੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਲੇਕਿਨ ਪੂਰੀ ਨਹੀਂ ਹੋ ਪਾ ਰਹੀ।
ਮੁਕੰਮਲ ਨਹੀਂ ਹੋ ਪਾ ਰਹੀ। ਅਸੀਂ ਚਾਹੁੰਦੇ ਇਹਦੇ ਵਿੱਚ ਹੋਵੇ ਤਾਂ ਡਿਮਾਂਡ ਕਰਦੇ ਟਾਈਮ ਚਲੋ ਠੀਕ ਮਿਸਟਰ ਮਠਾੜੂ, ਜੋ ਕਾਂਗਰਸ ਡਿਮਾਂਡ ਕਰਦੀ ਪਈ ਹੈ ਟਾਈਮ ਬਾਉਂਡ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਤੁਸੀਂ ਵੀ ਕਾਂਗਰਸ ਦੇ ਨਾਲ ਹੋ ਇਸ ਗੱਲ ਤੇ ਮਿਸਟਰ ਮਠਾੜੂ? ਆਪ ਕਹਿੰਦੇ ਇਨਵੈਸਟੀਗੇਸ਼ਨ, ਪਰੰਤੂ ਸਮੱਸਿਆ ਪਤਾ ਕਿੱਥੇ? ਜਿਵੇਂ ਹੁਣ ਸੋਈ ਸਾਹਿਬ ਨੇ ਗੱਲ ਕੀਤੀ, ਜਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਤਾਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ ਜੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਸਰਕਾਰਾਂ ਦਾ ਕੰਮ ਹੈ। ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹਨਾਂ ਦੇ ਭਾਈਵਾਲਾਂ ਦੀ, ਸੋਈ ਸਾਹਿਬ ਦੇ, ਹੁਣ ਇਹ ਕਹਿ ਰਹੇ ਨੇ ਅਕਾਲ ਤਖਤ ਦੇ ਜਥੇਦਾਰ ਦੀ ਜ਼ਿੰਮੇਵਾਰੀ ਹੈ, ਐਸਜੀਪੀ ਦੀ ਜ਼ਿੰਮੇਵਾਰੀ ਹੈ। ਮਤਲਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ, ਸਰਕਾਰ ਦੀ ਕੋਈ ਇੱਕ ਪਾਸੇ ਇਹਨਾਂ ਨੇ ਇੱਕ ਗੱਲ ਹੋਰ ਕਹੀ ਕੇਪੀ ਜੀ ਅੱਜ, ਕਹਿੰਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਹੈ ਔਰ ਐਸਜੀਪੀਸੀ ਨੂੰ ਚਾਹੀਦਾ 5-7 ਬੰਦੇ ਹਥਿਆਰਾਂ ਵਾਲੇ ਉੱਥੇ ਹੋਣ, ਉਹਦੀ ਕੇਅਰ ਕਰਨ। ਤੇ ਇਸ ਤਰ੍ਹਾਂ ਅਗਰ ਹਥਿਆਰ ਵਾਲੇ ਬੰਦੇ ਉੱਥੇ ਲਾ ਦਿੱਤੇ ਤੇ ਕੋਈ ਬੰਦਾ ਬੇਅਦਬੀ ਕਰਕੇ ਜਾਣ ਲੱਗਾ, ਉੱਥੇ 19 ਕੀ ਘਟਨਾ ਹੋਗੀ, ਫਿਰ ਤੁਸੀਂ ਵੱਡੇ ਜਿਹੜਾ ਨੈਸ਼ਨਲ ਮੀਡੀਆ ਹੈ ਪੂਰੇ ਦੇਸ਼ ਦੇ ਵਿੱਚ ਚਲਾ ਕੇ ਕਹਿ ਦੇਣਾ ਪੰਜਾਬ ਦੇ ਵਿੱਚ ਤਾਂ ਖਾਲਿਸਤਾਨ ਆ ਗਿਆ, ਪੰਜਾਬ ਦੇ ਵਿੱਚ ਤਾਂ ਸਿੱਖਾਂ ਨੇ ਵੱਢ ਟੁੱਕ ਕਰਤੀ, ਉੱਥੇ ਤਾਂ ਮਾਰ ਦਿੱਤਾ, ਉੱਥੇ ਤਾਂ ਬੇਅਦਬੀ ਦਾ ਤਾਂ ਮਸਲਾ ਹੀ ਨਹੀਂ ਰਹਿਣਾ ਮੁੜ ਕੇ। ਉਹ ਇਹ ਲੋਕ ਜਿਹੜੇ ਹੈਗੇ ਆ, ਇਹਨਾਂ ਨੇ ਸਿਰਫ ਪੋਲਿਟਿਕਸ ਕਰਨੀ ਹੈ, ਸਿਆਸਤ ਕਰਨੀ ਹੈ, ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਕਿ ਕੀ ਹੋ ਰਿਹਾ। ਜੇ ਇਹਨਾਂ ਨੂੰ ਮਤਲਬ ਹੋਵੇ, ਜਿਸ ਤਰ੍ਹਾਂ ਖੜਿਆਲ ਸਾਹਿਬ ਨੇ ਕਿਹਾ, ਜਿਹੜਾ ਆਰਡੀਨੈਂਸ ਬਣਾ ਕੇ ਇਹਨਾਂ ਨੇ ਭੇਜਿਆ, ਕਾਨੂੰਨ ਬਣਾ ਕੇ ਸਰਕਾਰ ਉਸ ਵੇਲੇ ਭੇਜਿਆ, ਭਲਾ 250 ਬੇਅਦਬੀਆਂ ਸਰਕਾਰ ਕਾਂਗਰਸ ਦੀ ਸਰਕਾਰ ਵਿੱਚ ਵੀ ਹੋ ਗਈਆਂ। ਸਭ ਤੋਂ ਵੱਡੀ ਬੇਅਦਬੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਇੱਕ ਬੰਦੇ ਨੇ ਬੇਅਦਬੀ ਕੀਤੀ ਸੀ ਔਰ ਸੁਖਜਿੰਦਰ ਰੰਧਾਵਾ ਹੋਰੀ ਦਰਬਾਰ ਸਾਹਿਬ ਦੇ ਵਿੱਚ ਖੜ ਕੇ ਕਹਿ ਕੇ ਆਈ ਸੀ, ਸਹੁੰ ਖਾ ਕੇ ਹਫ਼ਤੇ ਦੇ ਵਿੱਚ ਅਸੀਂ ਇਨਸਾਫ ਦੇਵਾਂਗੇ, ਪਰ ਉਹ ਨਹੀਂ ਹੋਇਆ। 250 ਬੇਅਦਬੀਆਂ ਜਿਹੜੀਆਂ ਕਾਂਗਰਸ ਵੇਲੇ ਹੋਈਆਂ। ਮਠਾੜੂ ਸਾਹਿਬ ਮੈਂ ਇੱਕ ਗੱਲ ਜਾਣਦਾ, ਮਠਾੜੂ ਸਾਹਿਬ ਜਿੰਦੀ ਵੀ ਸਰਕਾਰ ਵਿੱਚ ਬੇਅਦਬੀਆਂ ਹੋਈਆਂ ਸਰ, ਸਾਰਿਆਂ ਨੂੰ ਹਿਸਾਬ ਦੇਣਾ ਪਊਗਾ ਮਠਾੜੂ ਸਾਹਿਬ। ਪਰ ਜੇ ਤੁਸੀਂ ਇਹ ਸੋਚੋਗੇ, ਜੇ ਤੁਸੀਂ ਇਹ ਸੋਚੋ ਬਰਗਾੜੀ ਨੂੰ ਮਰਿੰਡੇ ਨਾਲ ਮੈਚ ਕਰ ਦਾਂਗੇ, ਮਰਿੰਡੇ ਨੂੰ ਦਰਬਾਰ ਸਾਹਿਬ ਨਾਲ ਮੈਚ ਕਰ ਦਾਂਗੇ, ਉਹ ਨਹੀਂ ਹੋਣਾਗਾ ਸਰ। ਉਹ ਤਾਂ ਸਾਰਿਆਂ ਨੂੰ ਸਰ ਹਿਸਾਬ ਦੇਣਾ ਪੈਣਾ, ਜਿਹੜੀ ਸਰਕਾਰ ਵੇਲੇ ਜੋ ਕੁਝ ਹੋਇਆ। ਮਠਾੜੂ ਸਾਹਿਬ ਮੈਂ ਉੱਥੇ ਤਾਂ ਰਿਹਾ, ਮੈਂ ਉਹੀ ਗੱਲ ਕਰ ਰਿਹਾ ਜਿਹੜੀ ਅੱਜ ਵੀ ਆਖਰ ਕਹਿ ਰਹੇ ਐਸਜੀਪੀ ਦੀ ਜ਼ਿੰਮੇਵਾਰੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜ਼ਿੰਮੇਵਾਰੀ ਬਣਦੀ ਹੈ। ਹੱਦ ਹੋ ਗਈ ਯਾਰ, ਤੁਸੀਂ ਸਰਕਾਰ ਕਰ ਕੀ ਰਹੀ ਹੈ? 20 ਟੁਕੜੀਆਂ ਜਿਹੜੀਆਂ ਸੈਂਟਰ ਤੋਂ ਤੁਸੀਂ ਇੱਥੇ ਲਿਆ ਕੇ ਰੱਖੀਆਂ ਹੋਈਆਂ, ਪੰਜਾਬ ਦੇ ਵਿੱਚ ਲਗਾਈਆਂ ਹੋਈਆਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ। ਤੁਹਾਡੀ ਇੰਨੀ ਪੁਲਿਸ ਹੈ, ਤੁਸੀਂ ਹਲੇ ਵੀ ਉਸ ਨੂੰ ਲਾਅ ਐਂਡ ਆਰਡਰ ਨੂੰ ਮੇਨਟੇਨ ਨਹੀਂ ਕਰ ਰਹੇ। ਔਰ ਖੜਿਆਲ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ, ਚੰਨੀ ਸਾਹਿਬ ਸਭ ਤੋਂ ਪਹਿਲਾਂ ਗਏ ਉੱਥੇ ਗੁਰੂ ਘਰ ਦੇ ਵਿੱਚ ਸਭ ਤੋਂ ਪਹਿਲਾਂ, ਔਰ ਜਿਹੜਾ ਉਹ ਬੰਦਾ ਬੇਅਦਬੀ ਕਰਿਆ ਉਹਦੀ ਫੋਟੋ ਲੋਕਲ ਲੀਡਰਾਂ ਦੇ ਨਾਲ, ਕਾਂਗਰਸ ਦੇ ਨਾਲ ਫੋਟੋ ਆਈ ਹੋਈ। ਤੁਹਾਨੂੰ ਤਾਂ ਭਲੀ ਭਾਂਤੀ ਪਤਾ ਹੋਣਾ ਚਾਹੀਦਾ ਬੰਦਾ ਕੌਣ ਹੈ, ਕੀ ਕਹਾਣੀ ਹੈ। ਚਲੋ ਮੈਂ ਇੱਕ ਮਿੰਟ ਆ ਰਿਹਾ। ਹਾਂ ਮਿਸਟਰ ਖੜਿਆਲ, ਜਵਾਬ ਦੇਣਾ ਚਾਹੁੰਦੇ ਮਿਸਟਰ ਮਠਾੜੂ ਦੇ ਸਵਾਲ ਦਾ? ਜੀ ਮੈਂ ਇੱਕ ਜਵਾਬ ਦੇਣਾ ਚਾਹਣਾ। ਇਹ ਕਹਿਣਾ ਕਿ ਜਸਟ ਬਿਕੋਜ਼ ਕਿਸੇ ਦੇ ਨਾਲ ਫੋਟੋ ਹੈ ਤਾਂ ਉਹਦੇ ਨਾਲ ਕਿਸੇ ਦਾ ਕਸੂਰ ਕੱਢਣਾ, ਦੇਖੋ ਤੁਹਾਡੇ ਲੀਡਰਾਂ ਦੀਆਂ ਬਹੁਤ ਸਾਰੇ ਲੋਕਾਂ ਦੇ ਨਾਲ ਫੋਟੋ ਹੈ, ਬਹੁਤ ਕੇਸ ਚੱਲਦੇ ਹੋ ਲੋਕਾਂ ਦੇ ਨਾਲ। ਸੋ ਇਹ ਤਰਕ ਦੇਣਾ ਗਲਤ ਹੈ, ਇਹ ਤਰਕ ਨਹੀਂ ਦੇਣਾ ਚਾਹੀਦਾ। ਜੇ ਦੇਣਾ ਚਾਹੁੰਦੇ ਤਾਂ ਜਿਹੜੇ ਇਹਨਾਂ ਦੇ ਲੀਡਰਾਂ ਦੀਆਂ ਫੋਟੋਆਂ ਹੈ ਹੋਰ ਕ੍ਰਿਮੀਨਲਸ ਦੇ ਨਾਲ, ਜਿਨ੍ਹਾਂ ਦੇ ਖਿਲਾਫ ਵੱਡੇ ਵੱਡੇ ਕੇਸ ਚੱਲਦੇ, ਹੀਨਸ ਕ੍ਰਾਈਮ, ਸੀਰੀਅਸ ਆਫੈਂਸਸ, ਜਵਾਬ। ਚਲੋ ਮੈਨੂੰ ਇਹ ਲੱਗਦਾ ਸਾਨੂੰ ਸਾਰੀ ਪੋਲਿਟਿਕਸ ਨੂੰ ਬਹੁਤ ਸੰਜੀਦਾ ਹੋਣ ਦੀ ਜ਼ਰੂਰਤ ਹੈ ਇਹਨਾਂ ਮੁੱਦਿਆਂ ਦੇ ਉੱਤੇ। ਜੇ ਤੁਸੀਂ ਸੰਜੀਦਾ ਨਹੀਂ ਹੋਵੋਗੇ ਤਾਂ ਜਿਹੜੇ ਲੋਕਾਂ ਦੇ ਸੈਂਟੀਮੈਂਟਸ ਆ, ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੀਆਂ ਜਿਹੜੀਆਂ ਤਾਕਤਾਂ ਹੈਗੀਆਂ ਉਹ ਆਪਦਾ ਕੰਮ ਕਰ ਲੈਣਗੀਆਂ। ਤੇ ਪੰਜਾਬ ਦੇ ਵਿੱਚ ਜੇ ਧਰਮ ਦੇ ਨਾਂ ਤੇ ਕੋਈ ਕੱਟੜਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੋਈ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਉਹਨਾਂ ਤਾਕਤਾਂ ਨੂੰ ਠੱਲ ਪਾਉਣ ਲਈ ਉਹਨਾਂ ਲੀਡਰਾਂ ਨੂੰ ਅੱਗੇ ਆਉਣਾ ਪਊਗਾ ਜਿਹੜੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਆ, ਚਾਹੇ ਉਹ ਕਿਸੇ ਵੀ ਧਿਰ ਨਾਲ ਸੰਬੰਧ ਰੱਖਦੇ ਹੋਣ, ਚਾਹੇ ਉਹ ਕਿਸੇ ਵੀ ਵਰਗ ਨਾਲ ਸੰਬੰਧ ਰੱਖਦੇ ਹੋਣ। ਇੱਕ ਛੋਟਾ ਜਿਹਾ ਬ੍ਰੇਕ ਤੋਂ ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਬੇਅਦਬੀ ਨਾਂ ਤੇ ਪੰਜਾਬ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਸ਼ਸ਼ੀਵੀਰ ਸ਼ਰਮਾ, ਇੱਕ ਐਸਜੀਪੀਸੀ ਵੱਲੋਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਡਿਮਾਂਡ ਕੀਤੀ ਗਈ ਹੈ ਕਿ ਜਿਹੜਾ ਵਾਇਰਲ ਹੋ ਰਿਹਾ ਸਾਰਾ ਇਹ ਪੂਰੀ ਘਟਨਾ, ਉਸ ਨੂੰ ਉਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਨਹੀਂ ਦਿਖਾਉਣਾ ਚਾਹੀਦਾ ਹੈਗਾ ਤਾਂ ਜੋ ਲੋਕਾਂ ਦੇ ਸੈਂਟੀਮੈਂਟਸ ਆ ਜਿਹੜੇ ਉਹ ਭੜਕ ਨਾ ਜਾਣ। ਸ਼ਸ਼ੀਵੀਰ ਸ਼ਰਮਾ, ਇਹ ਡਿਮਾਂਡ ਠੀਕ ਲੱਗਦੀ ਤੁਹਾਨੂੰ? ਸ਼ਸ਼ੀਵੀਰ ਸ਼ਰਮਾ, ਬਿਲਕੁਲ ਵਾਜਿਬ ਡਿਮਾਂਡ ਹੈ। ਮੈਂ ਇਨ ਪਰਸਨਲ ਵੀ ਇਸ ਚੀਜ਼ ਦੇ ਫੇਵਰ ਚ ਕਿ ਇਹ ਬੇਅਦਬੀ ਕਰਨ ਵਾਲਾ ਇੱਕ ਵਾਰ ਤੱਕ ਚਲੋ ਕਰਕੇ ਚੱਲੇਗਾ, ਬਟ ਜਦੋਂ ਸੋਸ਼ਲ ਮੀਡੀਆ ਤੇ ਬਾਰ-ਬਾਰ ਅਸੀਂ ਅੱਗੇ ਭੇਜਦੇ ਆ ਕਿਤੇ ਨਾ ਕਿਤੇ ਉਹ ਦੁਬਾਰਾ ਸੈਂਟੀਮੈਂਟਸ ਹਰਟ ਹੁੰਦੇ ਨੇ, ਉਹ ਕਿਤੇ ਨਾ ਕਿਤੇ ਉਹਦੇ ਤੇ ਡੈਫੀਨਿਟਲੀ, ਕਿਉਂਕਿ ਸੋਸ਼ਲ ਮੀਡੀਆ ਬਾਨੀ ਸਰਕਾਰ ਕੋਈ ਐਕਸ਼ਨ ਲੈ ਰਹੀ ਹੈ ਇਸ ਮੁੱਦੇ ਤੇ? ਸਰਕਾਰ ਕੋਈ ਐਕਸ਼ਨ ਲੈ ਰਹੀ ਹੈ? ਸਰਕਾਰ ਜ਼ਰੂਰ ਸਰ, ਸਰਕਾਰ ਜਿਹੜੀ ਵੀ ਜੈਨੂਇਨ ਡਿਮਾਂਡਸ ਐਸੀ ਪਿਛਲੀ ਉਹਨਾਂ ਤੇ ਬਿਲਕੁਲ ਕੰਮ ਕਾਰਵਾਈ ਕਰੇਗੀ, ਜਿਹੜੀ ਜੈਨੂਇਨ ਡਿਮਾਂਡਸ ਉਹਨਾਂ ਤੇ ਬਿਲਕੁਲ ਕੰਮ ਕਰੇਗੀ ਸਰ, ਉਹਦੇ ਪਿੱਛੇ ਨਹੀਂ ਹਟਦੀ। ਤੇ ਦੂਸਰੀ ਗੱਲ ਸਰ, ਇੱਕ ਮੈਂ ਪੁਆਇੰਟ ਰੇਜ਼ ਕਰ ਰਿਹਾ ਸੀਗਾ,
ਬੀਜੇਪੀ ਦੇ ਜਿਹੜੇ ਪ੍ਰਵਕਤਾ ਸੀਗੇ ਉਹ ਆਲਰੇਡੀ ਸਰ ਦੋਹਰਾ ਮਾਪਦੰਡ ਅਪਣਾ ਰਹੇ ਨੇ ਸਰ। ਆਲਰੇਡੀ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ, ਮੈਂ ਆંકੜੇ ਦੇ ਕਿਤੇ ਨਹੀਂ ਜਾਵਾਂਗਾ ਕਿੱਥੇ ਕਿੰਨੇ ਟਾਈਮ ਦੀ ਬੇਅਦਬੀ ਹੋਈ, ਮੈਂ ਦੱਸਣਾ ਚਾਹੁੰਦਾ ਕਿ 295 ਡਬਲ ਏ ਅਕਾਲੀ ਦਲ ਨੇ ਵੀ ਇੱਕ ਵਾਰੀ ਪ੍ਰਪੋਜ਼ਲ ਬਣਾ ਕੇ ਭੇਜਿਆ ਸੀਗਾ। ਉਦੋਂ ਸੈਂਟਰ ਦੀ ਜਿਹੜੀ ਬੀਜੇਪੀ ਸਰਕਾਰ ਸੀਗੀ, ਜੋ ਡਬਲ ਇੰਜਨ ਦੀ ਸਰਕਾਰ ਸੀਗੀ, ਇਹਨਾਂ ਨੇ ਉਹ ਗੱਲ ਕਹਿ ਕੇ ਰਿਜੈਕਟ ਕਰ ਦਿੱਤਾ ਕਿ ਇਹ ਸੈਕੂਲਰਿਜ਼ਮ ਇਫੈਕਟ ਹੋ ਰਿਹਾ, ਤੁਸੀਂ ਬਾਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈਗੇ ਨੇ, ਇਹ 'ਚ ਬਾਕੀ ਜਿਹੜੇ ਹੋਲੀ ਬੁੱਕਸ ਹੈਗੀਆਂ ਉਹਨਾਂ ਦਾ ਤੁਸੀਂ ਨਾਮ ਵਿੱਚ ਨਹੀਂ ਰੱਖਿਆ। ਉਸ ਤੋਂ ਬਾਅਦ ਜਦੋਂ ਕਾਂਗਰਸ ਗਵਰਨਮੈਂਟ ਆਈ, ਉਹਨਾਂ ਨੇ ਜਦੋਂ ਇਹ ਬਿੱਲ ਬਣਾ ਕੇ ਉੱਪਰ ਭੇਜਿਆ 2018 ਦੇ ਵਿੱਚ, ਸੈਪਟੈਂਬਰ 2018 ਦੀ ਟਿਲ ਡੇਟ ਅੱਜ ਤੱਕ ਉਸ ਚੀਜ਼ ਉੱਪਰ ਨਾ ਹੀ ਅਸੈਂਟ ਆਈ ਹੈ। ਬੀਜੇਪੀ ਵਾਲੇ ਡਿਬੇਟ 'ਚ ਬਹਿ ਕੇ ਕਹਿ ਦਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਬੇਅਦਬੀ ਰੁਕੇ, ਅਸੀਂ ਚਾਹੁੰਦੇ ਹਾਂ ਸਜ਼ਾ ਵਧੇ, ਪਰ ਜਦੋਂ 2018 ਤੋਂ ਪੈਂਡਿੰਗ ਹੈ, ਅੱਜ 2023 ਹੋ ਚੱਲਿਆ ਸਰ, ਸਰਕਾਰਾਂ ਵੀ ਇਹਨਾਂ ਦੀ ਉਸ ਤੋਂ ਬਾਅਦ ਦੁਬਾਰਾ ਬਣ ਗਈ ਹੈ, ਕਿਤੇ ਵੀ ਉਸ ਚੀਜ਼ ਨੂੰ ਰੱਖ ਕੇ ਨਾ ਉਹ ਐਕਸੈਪਟ ਕਰ ਰਹੇ ਨੇ, ਨਾ ਹੀ ਉਹਦੇ ਤੇ ਕੋਈ ਕਾਨੂੰਨ, ਨਾ ਸੈਂਟਰ ਆਪਦੇ ਲੈਵਲ ਤੋਂ ਬਣਾ ਰਿਹਾ। ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿਉਂਕਿ ਬੀਜੇਪੀ ਧਰੁਵੀਕਰਨ ਦੀ ਰਾਜਨੀਤੀ ਕਰਦੀ ਹੈ ਸੈਂਟਰ ਦੇ ਵਿੱਚ ਵੀ। ਤੁਸੀਂ ਪਿੱਛੇ ਦੇਖਿਆ ਹੋਏਗਾ ਜੋ ਇੱਕ ਇਨਸੀਡੈਂਟ ਹੋਏ ਨੇ, ਚਾਹੇ ਉਹ ਮੁਸਲਿਮ ਕਮਿਊਨਿਟੀ ਦੇ ਖਿਲਾਫ ਆ ਜਾਂ ਕਿ ਬਾਕੀ ਜਗ੍ਹਾ ਉੱਤੇ, ਬੀजेपी शुरुआत इथों करती है। देश के प्राइम मिनिस्टर गल करते हैं ओपनली, हम कपड़े से पहचान लेते हैं वो कौन लोग है। सो किते ना किते सब जानते हैं ਅਸੀਂ ਇਸ ਚੀਜ਼ ਨੂੰ ਜਿਹੜੀ ਰਾਜਨੀਤੀ ਹੈਗੀ ਧਰੁਵੀਕਰਨ ਦੀ, ਚਾਹੇ ਧਰਮ ਦੇ ਆਧਾਰ ਤੇ, ਬਿਲਕੁਲ ਨਿਕਲਣੀ ਚਾਹੀਦੀ ਹੈ। ਮੁੱਦਿਆਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਉਹਦੇ ਤੇ ਗੱਲ ਕਰਦੀ ਹੈ, ਅਸੀਂ ਵੀ ਉਹਦੇ ਤੇ ਗੱਲ ਕਰਦੇ ਹਾਂ। ਚਲੋ ਸ਼ਸ਼ੀਵੀਰ ਸ਼ਰਮਾ ਇੱਕ ਸਵਾਲ ਵੀ ਰੇਜ਼ ਹੋਇਆ ਸੀਗਾ, ਤੁਹਾਨੂੰ ਲੱਗਦਾ ਕਿ ਜਲੰਧਰ ਜਿਹੜੀਆਂ ਚੋਣ ਹੋ ਰਹੀ ਹੈ ਉਹਦੇ ਨਾਲ ਇਹਦਾ ਕੋਈ ਰਿਲੇਸ਼ਨ ਤਾਂ ਨਹੀਂ ਹੈਗਾ ਇਹਨਾਂ ਬੇਅਦਬੀ ਦੀਆਂ ਘਟਨਾਵਾਂ ਦਾ? ਸਰ ਪੋਸੀਬਿਲਿਟੀ ਕੈਨੋਟ ਬੀ ਰੂਲਡ ਆਊਟ, ਕਿਸੇ ਵੀ ਤਰੀਕੇ ਐਂਗਲ ਲਿਆ ਜਾ ਸਕਦਾ ਹੈ। ਹੁਣ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਹੈ, ਇਨਵੈਸਟੀਗੇਸ਼ਨ ਐਂਗਲ ਨਿਕਲ ਕੇ ਆਏਗਾ। ਅਗਰ ਕਿਸੇ ਵੀ ਤਰੀਕੇ ਦੀ ਕੋਈ ਏਜੰਸੀ ਜਾਂ ਕੋਈ ਹੋਰ ਬੰਦੇ ਇਨਵੋਲਵ ਨੇ, ਉਹਨਾਂ ਦਾ ਵੀ ਕਲੈਰਿਟੀ ਹੋ ਜਾਏਗੀ, ਉਹ ਵੀ ਐਕਸਪੋਜ਼ ਹੋਣਗੇ। ਅਗਰ ਕੋਈ ਸਿਰਫ ਧਰਮ ਦੇ ਨਾਮ ਦੇ ਉੱਤੇ ਜਾਂ ਇਲੈਕਸ਼ਨਾਂ ਵਿੱਚ ਆ ਕੇ ਸਿਆਸਤ ਕਰ ਰਿਹਾ, ਉਹ ਵੀ ਬਚਣਗੇ ਨਹੀਂ ਇਸ ਇਨਸੀਡੈਂਟ ਦੇ ਵਿੱਚੋਂ। ਚਲੋ ਮਠਾੜੂ ਸਾਹਿਬ ਪੰਜਾਬ ਵਿੱਚ ਜਦੋਂ ਧਰਮ ਦੇ ਨਾਂ ਤੇ ਸਿਆਸਤ ਹੁੰਦੀ ਹੈ ਜਾਂ ਸ਼ਸ਼ੀਵੀਰ ਕਹਿ ਰਹੇ ਧਰੁਵੀਕਰਨ ਦੀ ਰਾਜਨੀਤੀ ਹੋ ਰਹੀ ਹੈ, ਮਠਾੜੂ ਸਾਹਿਬ ਪੰਜਾਬ ਇਹਨਾਂ ਚੀਜ਼ਾਂ ਨੂੰ ਅਸੈਪਟ ਕਰਦਾ ਹੈ? ਮਿਸਟਰ ਮਠਾੜੂ ਨਹੀਂ, ਪੰਜਾਬ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਭਾਈਚਾਰਕ ਸਾਂਝ ਦਾ ਜਿਹੜਾ ਮੁਰੀਦ ਰਿਹਾ ਹੈ। ਅਸੀਂ ਹਮੇਸ਼ਾ ਇੱਕ ਗੱਲ ਕਰਦੇ ਹਾਂ, ਬਾਦਲ ਸਾਹਿਬ ਵੀ ਇੱਕ ਗੱਲ ਕਿਹਾ ਕਰਦੇ ਆ ਕਿ ਸੂਬਾ ਉਹ ਤਰੱਕੀ ਕਰਦਾ ਜਿੱਥੇ ਭਾਈਚਾਰਕ ਸਾਂਝ ਹੁੰਦੀ ਹੈ ਔਰ ਸ਼ਾਂਤੀ ਵੀ ਉਸੇ ਸੂਬੇ ਵਿੱਚ ਰਹਿੰਦੀ ਹੈ। ਔਰ ਅਸੀਂ ਬਣਾ ਕੇ ਵੀ ਰੱਖੀ, ਜਿੰਨੀ ਦੇਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ, ਸਾਡਾ ਇਹ ਪਹਿਲਾ ਏਜੰਡਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਕਿ ਜਿਹੜੀ ਭਾਈਚਾਰਕ ਸਾਂਝ ਉਹ ਬਣੀ ਰਵੇ। ਉਹ ਨਹੀਂ ਹੋਣਾ ਚਾਹੀਦਾ ਧਰੁਵੀਕਰਨ ਜਿਹੜਾ ਹੈਗਾ। ਹੁਣ ਜਿਹੜੀ ਗੱਲ ਕਰਦੇ ਆਪਾਂ ਧਿਆਨ ਭਟਕਾਉਣ ਵਾਲੀ ਔਰ ਜਲੰਧਰ ਜਿਮਨੀ ਚੋਣ ਦੀ, ਦੇਖੋ ਅੱਜ ਇਹਨਾਂ ਨੇ 2400 ਪੰਨੇ ਦਾ ਜਿਹੜੀ ਕੋਟਕਪੂਰਾ ਗੋਲੀकांड ਦੇ ਵਿੱਚ ਚਲਾਨ, ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਔਰ ਸਾਰਾ ਜਿਹੜਾ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਅਸੀਂ ਇੱਕ ਹੋਰ ਤੀਰ ਮਾਰਤਾ। ਨਹੀਂ ਮਠਾੜੂ ਸਾਹਿਬ ਇੱਕ ਮਿੰਟ ਮਠਾੜੂ ਸਾਹਿਬ ਤੁਹਾਨੂੰ ਉਹਦੀ ਟਾਈਮਿੰਗ ਤੇ ਸ਼ੱਕ ਹੈ ਜਾਂ 10 ਵਜੇ ਤੋਂ ਬਾਅਦ ਕਰਦੇ ਹੋ? ਬਿਲਕੁਲ ਉੱਥੇ ਆਮ ਆਦਮੀ ਪਾਰਟੀ ਬੜੇ ਬੁਰੇ ਤਰੀਕੇ ਨਾਲ ਜਲੰਧਰ ਜਿਮਨੀ ਚੋਣ ਹਾਰ ਰਹੀ ਆ। ਇਸ ਕਰਕੇ ਬਾਰ-ਬਾਰ ਉਹ ਜਿਹੜਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਇੱਕ ਚੀਜ਼ ਸਮਝਾਓ ਮਿਸਟਰ ਮਠਾੜੂ, ਮੈਨੂੰ ਇੱਕ ਚੀਜ਼ ਸਮਝਾਓ। ਤੁਸੀਂ ਕਹਿ ਰਹੇ ਹੋ ਕਿ ਸਪਲੀਮੈਂਟਰੀ ਚਲਾਨ ਪੇਸ਼ ਕਰਤਾ, ਉਹ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਚਲੋ ਮੈਂ ਤੁਹਾਡੀ ਗੱਲ ਨਾਲ ਮੰਨ ਵੀ ਲੈਣਾ ਮਠਾੜੂ ਸਾਹਿਬ ਕਿ ਜਿਹੜੀਆਂ ਇਹ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਵੀ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ, ਕੋਸ਼ਿਸ਼ ਹੈ। ਦੇਖੋ ਮੈਂ ਇਹ ਸਿੱਧੇ ਤੌਰ ਤੇ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਜਿਸ ਤਰ੍ਹਾਂ ਇਹ ਗੱਲਾਂ ਕਰਿਆ ਕਰਦੇ ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਰਵਾਤੀ, ਪਰੰਤੂ ਮੈਂ ਗੱਲ ਕਰ ਰਿਹਾ, ਸਵਾਲ ਉਠਾ ਰਹੇ ਹੈ ਲਾਅ ਐਂਡ ਆਰਡਰ ਤੇ। ਜਦੋਂ 20 ਕੰਪਨੀਆਂ ਸੈਂਟਰ ਚੋਂ ਮੰਗਾਈਆਂ ਹੋਈਆਂ ਇਹਨਾਂ ਨੇ। ਨਹੀਂ ਮਠਾੜੂ ਸਾਹਿਬ ਮੇਰਾ ਸਵਾਲ ਦੁਬਾਰਾ ਸਮਝ ਲਓ। ਮਠਾੜੂ ਸਾਹਿਬ ਮੇਰਾ ਸਵਾਲ ਦੁਬਾਰਾ ਸਮਝ ਲਓ। ਜੇ ਤੁਹਾਡੇ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਹੁੰਦਾ ਤਾਂ ਉਹਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ। ਜੇ ਬੇਅਦਬੀ ਦੀ ਘਟਨਾ ਹੁੰਦੀ ਹੈ ਇਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਨਾਲ ਦੀ ਨਾਲ ਐਕਸ਼ਨ ਹੋਵੇ, ਉੱਥੇ ਤੁਸੀਂ ਕਹਿ ਰਹੇ ਹੋ ਕਿ ਉਹ ਟਾਈਮਿੰਗ ਤੇ ਸ਼ੱਕ ਹੈ ਤੁਹਾਨੂੰ। ਮਠਾੜੂ ਸਾਹਿਬ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਮੈਨੂੰ ਇਹ ਸਮਝ ਨਹੀਂ ਆਉਂਦੀ। ਇਹ ਗੱਲ ਕੇਪੀ ਜੀ ਤੁਸੀਂ ਇਸ ਗੱਲ ਨੂੰ ਦੂਸਰੇ ਪਾਸੇ ਨਾ ਲੈ ਕੇ ਜਾਓ। ਜਿਹੜਾ ਉਹ ਬੇਅਦਬੀ ਦਾ ਮਸਲਾ ਨਹੀਂ ਹੈ, ਉਹ ਇੱਕ ਕੋਟਕਪੂਰੇ ਇੱਕ ਗੋਲੀ ਚੱਲੀ, 307 ਦਾ ਕੇਸ ਹੈ। 307 ਦੇ ਕੇਸ ਦੇ ਵਿੱਚ ਇਹਨਾਂ ਨੇ ਝੂਠੇ ਤੌਰ ਤੇ ਇੱਕ ਮੁੱਖ ਮੰਤਰੀ ਔਰ ਇੱਕ ਗ੍ਰਹਿ ਮੰਤਰੀ ਨਹੀਂ ਇੱਕ ਮਠਾੜੂ ਸਾਹਿਬ ਗੋਲੀ ਚੱਲੀ, ਉਹ ਬੇਅਦਬੀ ਦੇ ਨਾਲ ਸੰਬੰਧਿਤ ਧਰਨਾ ਸੀ ਨਾ ਸਰ, ਬੇਅਦਬੀ ਨਾਲ ਸੰਬੰਧਿਤ ਧਰਨਾ ਸੀ ਨਾ ਸਰ, ਇਨਸਾਫ ਲਈ ਧਰਨਾ ਸੀ ਨਾ ਮਠਾੜੂ ਸਾਹਿਬ। ਮੈਂ ਤਾਂ ਸਾਰੇ ਜਾਨਣਾ ਚਾਹੁੰਦਾ ਨਾ ਸਰ, ਹੁਣ ਫੇਰ ਇਲੈਕਸ਼ਨ ਹੈ ਪੰਜਾਬ। ਇੱਕ ਮਿੰਟ ਸੁਣ ਤਾਂ ਲਓ ਨਾ ਸਰ ਮਠਾੜੂ ਸਾਹਿਬ। ਮੈਂ ਕਲੀਅਰ ਕਰ ਦਿੰਦਾ, ਹਾਂ ਬੋਲੋ। ਮੈਂ ਕਲੀਅਰ ਕਰ ਦਿੰਦਾ, ਮੈਂ ਗੱਲ ਵਿਚਾਰੇ ਛੱਡਣੀ ਨਹੀਂ। ਬੋਲੋ। ਮੈਂ ਬਿਲਕੁਲ ਕਲੀਅਰ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਬੇਅਦਬੀ ਦੇ ਧਰਨੇ ਦੇ ਵਿੱਚ ਜਿਹੜੀ ਗੋਲੀ ਚੱਲੀ, ਉੱਥੇ ਕੋਟਕਪੂਰਾ ਦੇ ਵਿੱਚ ਗੋਲੀ ਚੱਲੀ, ਇੱਕ ਬੰਦੇ ਦੇ ਪੱਟ ਤੇ ਗੋਲੀ ਲੱਗੀ, 307 ਦਾ ਮੁਕੱਦਮਾ ਦਰਜ ਹੋਇਆ ਔਰ ਉਹਦੇ ਵਿੱਚ ਇਹ ਕਿਹਾ ਗਿਆ ਕਿ ਗ੍ਰਹਿ ਮੰਤਰੀ ਦੇ ਕਹੇ ਤੋਂ ਬਿਨਾਂ ਗੋਲੀ ਨਹੀਂ ਚੱਲਦੀ, ਮੁੱਖ ਮੰਤਰੀ ਨੂੰ ਸਾਜ਼ਿਸ਼ ਕਰਦਾ ਘੜਾਇਆ ਗਿਆ। ਫਿਰ ਅੱਜ ਜਿਹੜੀ ਬੇਅਦਬੀ ਹੋਈ ਹੈ ਮੋਰਿੰਡਾ ਦੇ ਵਿੱਚ, ਕੀ ਇਹਦਾ ਸਾਜ਼ਿਸ਼ ਇਹਦੀ ਭਗਵੰਤ ਮਾਨ ਸਾਹਿਬ ਨੇ ਘੜੀ ਹੈ, ਆਮ ਆਦਮੀ ਪਾਰਟੀ ਨੇ? ਠੀਕ ਮਿਸਟਰ ਸੋਈ, ਕਾਂਗਰਸ ਨੇ ਇੱਕ ਸਵਾਲ ਕੀਤਾ ਸੀਗਾ ਵੀ ਤੁਸੀਂ ਪਾਰਲੀਮੈਂਟ ਵਿੱਚ ਖੜੇ ਹੋਏ ਕਦੇ ਡਿਮਾਂਡ ਕੀਤੀ ਹੈ
295 AA ਵਾਲੀ? ਦੇਖੋ ਮੈਂ ਇਹਨਾਂ ਨੂੰ ਕਾਊਂਟਰ ਕੁਐਸਚਨ ਉਹੀ ਪੁੱਛਦਾ ਕਿ ਇਹਨਾਂ ਨੇ ਡਿਮਾਂਡ ਕੀਤੀ ਹੈ, ਇਹਨਾਂ ਨੇ ਬਿੱਲ ਬਣਾਉਣ ਤੋਂ ਬਾਅਦ ਕਿੰਨੀ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਹੈ? ਸੋ ਫਾਰ ਸ਼ਾਇਦ ਖੜਿਆਲ ਸਾਹਿਬ ਨੂੰ ਪਤਾ ਨਹੀਂ ਹੈਗਾ, ਬਿੱਲ ਇਹਨਾਂ ਨੇ ਜ਼ਰੂਰ ਬਣਾਇਆ ਹੈਗਾ ਐਂਡ ਵੀ ਆਰ ਇਨ ਦਾ ਫੇਵਰ ਆਫ ਦੈਟ। ਅਸੀਂ ਬੀਜੇਪੀ ਪੰਜਾਬ ਬਿਲਕੁਲ ਇਹਦੀ ਫੇਵਰ 'ਚ ਹੈਗੀ ਹੈ ਕਿ ਇਦਾਂ ਦਾ ਸਖਤ ਕਾਨੂੰਨ ਬਣਨਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਵੱਲ ਜਾਂ ਕਿਸੇ ਹੋਰ ਧਾਰਮਿਕ ਗ੍ਰੰਥਾਂ ਵੱਲ ਕੋਈ ਵੇਖਣ ਤੋਂ ਵੀ ਡਰੇ ਕਿ ਬੇਅਦਬੀ ਕਰਨ ਤੇ ਦੂਰ ਦੀ ਗੱਲ ਆ। ਲੇਕਿਨ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਜਿਹੜੀ ਹੈ ਨਾ ਜੀ, ਖਾਸ ਤੌਰ ਤੇ ਸਿੱਖ ਪੰਥ ਵਾਸਤੇ ਜ਼ਰੂਰੀ ਹੈ, ਕਿਉਂਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸਾਨੂੰ ਜਦੋਂ ਅਸੀਂ ਗੱਲ ਕਰਦੇ ਆ ਤੇ ਉਦੋਂ ਸਾਨੂੰ ਆ ਵੀ ਗੱਲ ਕਿਤੇ ਆ ਜਾਂਦੀ ਹੈ ਕਿ 328 ਸਰੂਪ ਜਿਹੜੇ ਕਿਤੇ ਪਤਾ ਨਹੀਂ ਲੱਗੇ ਕਿੱਥੇ ਗਏ ਨੇ, ਉਹਨਾਂ ਦੀ ਗੱਲ ਵੀ ਹੋਣੀ ਹੈ। ਮੈਨੂੰ ਲੱਗਦਾ ਫਿਰ ਆਪਾਂ ਸਾਰੇ ਇਸ਼ੂ ਇਕੱਠੇ ਕਰ ਲੈਣੇ ਆ ਸੋਈ ਸਾਹਿਬ, ਮੈਨੂੰ ਲੱਗਦਾ ਆਪਾਂ ਸਾਰੇ ਇਸ਼ੂ ਇਕੱਠੇ ਕਰ ਲੈਣੇ ਆ ਸੋਈ ਸਾਹਿਬ। ਮੈਨੂੰ ਇੱਕ ਮਿੰਟ ਸੁਣ ਲਓ ਮਿਸਟਰ ਮਠਾੜੂ, ਇੱਕ ਮਿੰਟ ਰੁਕ ਜਾਓ 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 ਪਲੀਜ਼ ਮਿਸਟਰ ਮਠਾੜੂ, ਇੱਕ ਮਿੰਟ ਰੁਕ ਜਾਓ ਮਿਸਟਰ ਮਠਾੜੂ ਪਲੀਜ਼, ਮਿਸਟਰ ਮਠਾੜੂ ਪਲੀਜ਼ ਸ਼ਾਂਤੀ ਰੱਖੋ, ਮਿਸਟਰ ਮਠਾੜੂ ਪਲੀਜ਼ ਸ਼ਾਂਤੀ ਰੱਖੋ। ਮੈਂ ਵੱਖਰੀ ਡਿਬੇਟ ਕਰ ਲੂੰਗਾ 328 ਸਰੂਪਾਂ ਤੇ, ਮੈਨੂੰ ਪਤਾ। ਮਿਸਟਰ ਸੋਈ, ਜਦੋਂ ਆਮ ਆਦਮੀ ਪਾਰਟੀ ਕਹਿੰਦੀ ਧਰੂਵੀਕਰਨ ਦੀ ਰਾਜਨੀਤੀ ਕਰ ਰਹੀ, ਤੁਸੀਂ ਉਹਦਾ ਜਵਾਬ ਨਹੀਂ ਦਿੰਦੇ ਪਏ। ਮੈਂ ਤੁਹਾਨੂੰ ਉਹ ਤੇ ਕਹਿ ਰਿਹਾ, ਇਹਦੇ ਵਿੱਚ ਜਿਹੜੀ ਬੇਅਦਬੀ ਦੀ ਘਟਨਾ ਹੋਈ ਹੈ, ਜੇ ਅਸੀਂ ਇਹਨੂੰ ਰਾਜਨੀਤਿਕ ਸਾਜ਼ਿਸ਼ ਨਾ ਸੋਚੀਏ, ਇਹਦੀ ਰਾਜਨੀਤਿਕ ਸਾਜ਼ਿਸ਼ ਤਾਂ ਹੋਣ ਦਾ ਫਾਇਦਾ ਕਿਹਨੂੰ ਹੋਣਾ ਹੈ? ਇਸ ਵਕਤ ਸਭ ਤੋਂ ਵੱਡਾ ਜਿਹੜਾ ਰਾਜਨੀਤਿਕ ਸਟੇਕ ਤੇ ਲੱਗਿਆ ਹੋਇਆ ਨਾ, ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਕਾਰ ਲੱਗਿਆ ਹੋਇਆ ਸਟੇਕ ਤੇ। ਜੇ ਅੰਮ੍ਰਿਤਪਾਲ ਦੀ ਘਟਨਾ ਹੁੰਦੀ ਹੈ, ਅੰਮ੍ਰਿਤਪਾਲ ਸਰੈਂਡਰ ਕਰਦਾ ਹੈ ਇਸ ਟਾਈਮ ਤੇ, ਜਾਂ ਗੁਰੂ ਸਾਹਿਬ ਦੀ ਬੇਅਦਬੀ 2 ਦਿਨਾਂ 'ਚ 2 ਜਗ੍ਹਾ ਤੋਂ ਹੁੰਦੀ ਹੈ, ਇਹਦਾ ਮਤਲਬ ਹੈ ਕਿਤੇ ਨਾ ਕਿਤੇ ਆ ਰਾਜਨੀਤਿਕ ਸਾਜ਼ਿਸ਼ ਵੱਲ ਮੈਂ ਇੱਧਰ ਆਉਣਾ ਨਹੀਂ ਸੀ ਚਾਹੁੰਦਾ, ਕਿਉਂਕਿ ਸਾਡੇ ਗੁਰੂ ਦੀ ਬੇਅਦਬੀ ਹੋਈ ਹੈ ਤੇ ਸਾਡੇ ਹਿਰਦੇ ਜਿਹੜੇ ਚਲੋ ਠੀਕ ਹੈ ਸੋਈ ਸਾਹਿਬ। ਮਿਸਟਰ ਖੜਿਆਲ ਮੈਂ ਆ ਰਿਹਾ, ਸ਼ਸ਼ੀਵੀਰ ਲਾਸਟ ਕਮੈਂਟ ਤੁਹਾਡਾ ਲਊਂਗਾ। ਮਿਸਟਰ ਖੜਿਆਲ, ਤੁਹਾਨੂੰ ਇਹ ਰਾਜਨੀਤਿਕ ਸਾਜ਼ਿਸ਼ ਲੱਗਦੀ ਹੈ? ਸੋਈ ਸਾਹਿਬ ਨੇ ਇਸ਼ਾਰਾ ਕਰਤਾ। मैं देखो इस चीज का जवाब ऑलरेडी दिता केपी जी, ये राजनीतिक साजिश है, कोई पार्टी है, कोई व्यक्ति है, कोई विशेष है, कोई ऑर्गेनाइजेशन है, कोई देश है, वो उदों ही पता लग सकता है जदों इन्वेस्टिगेशन होंदी है। ਤੇ ਇਨਵੈਸਟੀਗੇਸ਼ਨ ਤਾਂ ਹੋਊਗੀ ਜੇ ਨੀਅਤ ਹੋਊਗੀ। ਤੁਹਾਨੂੰ ਯਾਦ ਹੋਊਗਾ ਇਹਨਾਂ ਦੇ ਲੀਡਰਸ ਕਹਿੰਦੇ ਹੁੰਦੇ ਸੀਗੇ ਅਗਰ ਨੀਅਤ ਹੈ ਤਾਂ ਸਭ ਕੁਝ ਸੰਭਵ ਹੈ, ਅਗਰ ਨੀਅਤ ਨਹੀਂ ਹੈ ਤਾਂ ਕੁਝ ਵੀ ਸੰਭਵ ਨਹੀਂ ਹੈ। ਤੇ ਹੁਣ ਜੇ ਇਨਸਾਫ ਨਹੀਂ ਹੋ ਰਿਹਾ ਇੰਨੇ ਸਾਰੇ ਕੇਸਾਂ ਦੇ ਵਿੱਚ, ਬੇਅਦਬੀ ਮਾਮਲਿਆਂ ਦੇ ਵਿੱਚ, ਹੋਰ ਕੇਸਾਂ ਦੇ ਵਿੱਚ, ਤਾਂ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਫਿਰ ਨੀਅਤ ਨਹੀਂ। ਮਿਸਟਰ ਖੜਿਆਲ ਤੁਸੀਂ ਵਕੀਲ ਵੀ ਹੋ, ਮਿਸਟਰ ਖੜਿਆਲ ਤੁਸੀਂ ਇੱਕ ਟਾਈਮਲਾਈਨ ਤਾਂ ਸੈੱਟ ਕਰੋ ਨਾ, ਕਿੰਨੇ ਦਿਨ ਹੋਰ ਦਈਏ ਸਰਕਾਰ ਨੂੰ ਜਦੋਂ ਅਸੀਂ ਇੰਤਜ਼ਾਰ ਕਰ ਸਕੀਏ ਕਿ ਇਸ ਦਿਨ ਇਹਨਾਂ ਨੂੰ ਡਿਬੇਟ ਤੇ ਦੁਬਾਰਾ ਸੱਦ ਲਈਏ। ਪੁੱਛ ਲਾਂਗੇ ਸਵਾਲ ਸਰ, ਸਰਕਾਰ ਨੂੰ ਕਿਤੇ ਨਹੀਂ ਜਾਣਦੇ ਸਰ, ਸਵਾਲ ਕਰਾਂਗੇ ਇਹਨਾਂ ਨੂੰ। ਮੈਂ ਕਹਿੰਦਾ ਹੈ ਕੱਲ ਦੇ ਅਸੀਂ 48 ਘੰਟੇ ਕਹੇ ਹੈ ਕਿ 48 ਘੰਟਿਆਂ ਦੇ ਵਿੱਚ ਇਨਵੈਸਟੀਗੇਸ਼ਨ ਮੁਕੰਮਲ ਕਰੋ, ਕਿਉਂਕਿ ਆਮ ਆਦਮੀ ਪਾਰਟੀ ਤੇ ਸਾਨੂੰ ਵਿਸ਼ਵਾਸ ਨਹੀਂ ਹੈ। ਇਹ ਲੈਕਲਸਟਰ ਬਹੁਤ ਹੈ, ਇਨਐਕਟਿਵ ਨੇ, ਇਨਐਕਸਪੀਰੀਅੰਸ ਨੇ, ਇਨਕੰਪੀਟੈਂਟ ਨੇ, ਤਾਂ ਕਰਕੇ ਅਸੀਂ ਚਾਹੁੰਦੇ ਹਾਂ ਇੱਕ ਵਾਰੀ ਬਿਆਨ ਦੇ ਦੇਣ ਤਾਂ ਕਿ ਅਕਾਊਂਟੇਬਿਲਿਟੀ ਫਿਕਸ ਹੋ ਜਾਏ। ਦੂਜੀ ਗੱਲ, ਇੱਕ ਸਵਾਲ ਹੈ ਮੇਰਾ, ਇੱਕ ਸਵਾਲ ਹੈ ਸੋਈ ਸਾਹਿਬ, ਜੇ ਤੁਸੀਂ ਜੋ ਕਿਹਾ ਉਹ ਸੱਚ ਹੈ, ਤੁਸੀਂ ਕਿਹਾ ਅਸੀਂ ਸੈਂਟਰ ਤੋਂ ਡਿਮਾਂਡ ਕਰ ਰਹੇ ਹਾਂ ਜੀ, ਅਸੀਂ ਕਹਿ ਰਹੇ ਹਾਂ ਕਿ ਪੰਜਾਬ ਬੀਜੇਪੀ ਕਹਿ ਰਹੀ ਹੈ ਕਿ ਸਜ਼ਾ ਵਧਾਓ, ਤੇ ਮੈਨੂੰ ਇੱਕ ਕਮਿਊਨੀਕੇਸ਼ਨ ਦਾ ਪੀਸ ਦਿਖਾ ਦਿਓ, ਵਨ ਪੀਸ ਆਫ ਕਮਿਊਨੀਕੇਸ਼ਨ, ਇੱਕ ਲੈਟਰ, ਇੱਕ ਚਿੱਠੀ। ਮੈਂ ਆਲਰੇਡੀ ਇਹ ਕੁਐਸਚਨ ਪੁੱਛ ਚੁੱਕਾ ਮਿਸਟਰ ਕਹਿ ਰਹੇ ਨਾ, ਨਹੀਂ ਹੀ ਸਟੈਂਡਿੰਗ ਔਨ ਇਟ, ਇਹ ਹਜੇ ਵੀ ਕਹਿ ਰਿਹਾ ਸੀ ਕੀਤਾ ਤਾਂ ਇੱਕ ਚੀਜ਼ ਦਿਖਾ ਦੇ। ਚਲੋ ਮੈਂ ਪੁੱਛ ਕੋਈ ਚਿੱਠੀ ਪੱਤਰੀ ਹੈ ਸੋਈ ਸਾਹਿਬ ਤੁਹਾਡੀ ਸੈਂਟਰ ਨਾਲ? ਦੇਖੋ ਚਿੱਠੀ ਪੱਤਰੀ ਟੀਵੀ ਪ੍ਰੋਗਰਾਮਾਂ 'ਚ ਨਹੀਂ ਦਿਖਾਈ ਜਾਂਦੀ, ਜਦੋਂ ਕੋਈ ਡਿਮਾਂਡ ਜਾਂ ਜਦੋਂ ਕੋਈ ਹੋਏਗਾ ਮੈਨੂੰ ਭੇਜ ਦਿਓ ਸੋਈ ਸਾਹਿਬ, ਮੈਨੂੰ ਭੇਜ ਦਿਓ, ਮੈਂ ਦਿਖਾ ਦੂੰਗਾ ਸਰ, ਮੈਨੂੰ ਭੇਜ ਦਿਓ, ਮੈਂ ਦਿਖਾ ਦੂੰਗਾ। ਅਸੀਂ ਉਹ ਵੀ ਪ੍ਰੈਜ਼ੈਂਟ ਕਰਾਂਗੇ। ਚਲੋ ਠੀਕ ਸਾਡੀ ਕਮਿਟਮੈਂਟ ਹੈ, ਅਰਸ਼ਪ੍ਰੀਤ ਖੰਡਿਆਲ ਸਾਹਿਬ ਨੂੰ ਕਮਿਟਮੈਂਟ ਨਹੀਂ ਹੈ, ਆ ਸਾਡੀ ਆਪਣੇ ਆਪ ਨੂੰ ਕਮਿਟਮੈਂਟ ਹੈ ਬੀਜੇਪੀ ਪੰਜਾਬ ਦੀ ਤੇ ਮੋਦੀ ਸਾਹਿਬ ਦੀ, ਅਸੀਂ ਸਖਤ ਤੋਂ ਸਖਤ ਕਾਨੂੰਨ ਬਣਾਵਾਂਗੇ। ਠੀਕ ਹੈ ਸੋਈ ਸਾਹਿਬ, ਮੈਂ ਲਾਸਟ ਕਮੈਂਟ ਲੈ ਲਾ ਸ਼ਸ਼ੀਵੀਰ, ਹਾਂ ਕੀ ਕਹਿਣਾ ਚਾਹ ਰਹੇ ਹੋ, ਬੋਲੋ ਫਟਾਫਟ ਪਲੀਜ਼। ਸਰ ਪਹਿਲੀ ਗੱਲ ਤਾਂ ਕਿਤੇ ਵੀ ਬੀਜੇਪੀ ਦੀ ਕਿਤੇ ਵੀ ਕੋਈ ਇੰਟੈਂਸ਼ਨ ਨਹੀਂ ਹੈ, ਸਿਰ ਦੋਹਰਾ ਚਿਹਰਾ ਹੈ, ਜਿਸ ਤਰੀਕੇ ਨਾਲ ਗੱਲ ਨੂੰ ਲਿੰਗਰ ਔਨ ਕਰ ਰਹੇ ਜਾਂ ਡਿਵਰਟ ਕਰ ਰਹੇ ਨੇ। ਇੱਕ ਟਾਈਮ ਤੇ ਮਿਸਟਰ ਸ਼ਸ਼ੀਵੀਰ ਮਿਸਟਰ ਸ਼ਸ਼ੀਵੀਰ ਬੀਜੇਪੀ ਨੇ ਕਦੋਂ ਕਾਨੂੰਨ ਬਣਾਉਣਾ ਹੈ, ਕਦੋਂ ਦੀ ਡਿਮਾਂਡ ਕਰਨੀ ਹੈ, ਸਰ ਇਹ ਅੱਜ ਦਾ ਮੁੱਦਾ ਨਹੀਂ ਹੈਗਾ। ਚਲੋ ਸਵਾਲ ਬਣਦਾ ਸੀ, ਮੈਂ ਪੁੱਛਿਆ, ਉਸ ਸਵਾਲ ਤੇ ਡਿਬੇਟ ਵੀ ਕੀਤੀ। ਸ਼ਸ਼ੀਵੀਰ ਜੀ ਲੈਂਡ ਆਰਡਰ ਤੁਹਾਡੇ ਕੋਲ ਹੈ ਸਰ, ਅੱਜ ਜਵਾਬ ਤੁਸੀਂ ਦੇਣਾ ਹੈ। ਸਰ ਦੇਖੋ ਬਿਲਕੁਲ ਸਰ ਦੱਸ ਤਾਂ ਰਹੇ ਹਾਂ ਆਲਰੇਡੀ, ਡੀਜੀਪੀ ਸਾਹਿਬ ਖੁਦ ਦੱਸ ਕੇ ਹਟੇ ਨੇ ਇਹਦੇ ਵਿੱਚ
ਕੋਈ ਵੀ ਐਂਗਲ ਇਨਵੋਲਵ ਹੋਏਗਾ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਂਗੇ। ਅਰੈਸਟ ਪੈ ਚੁੱਕੀ ਹੈ, ਇਨਵੈਸਟੀਗੇਸ਼ਨ ਸਟਾਰਟ ਹੋ ਗਈ ਹੋਈ ਹੈ। ਉਹਦੇ ਵਿੱਚ ਇਨਵੈਸਟੀਗੇਸ਼ਨ ਜਦੋਂ ਮੁਕੰਮਲ ਹੋਏਗੀ ਉਹਦੇ ਵਿੱਚ ਨਿਕਲ ਕੇ ਬਿਲਕੁਲ ਸਾਹਮਣੇ ਆ ਜਾਏਗਾ ਕਿ ਜਿਸ ਤਰੀਕੇ ਦੇ ਨਾਲ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਚਾਹੇ ਦੂਸ਼ਣਬਾਜ਼ੀ ਕਾਂਗਰਸ ਵੱਲੋਂ ਲਗਾ ਲਓ, ਚਾਹੇ ਬੀਜੇਪੀ ਵੱਲੋਂ ਲਗਾ ਲਓ, ਓਪਰਚੁਨਿਟੀਜ਼ ਲੈ ਕੇ ਆ ਰਹੇ ਹਨ। ਤੁਸੀਂ ਇਸ ਨੂੰ ਸਾਜ਼ਿਸ਼ ਵਜੋਂ ਦੇਖ ਰਹੇ ਹੋ ਜਾਂ ਨਹੀਂ ਸ਼ਸ਼ੀ ਵੀਰ? ਸਰ ਇਹ ਅਗਰ ਸਾਜ਼ਿਸ਼ ਵਜੋਂ ਵੀ ਹੋਏਗੀ ਉਹਦੀ ਡਿਟੇਲਸ ਵੀ ਇਨਵੈਸਟੀਗੇਸ਼ਨ ਸਾਹਮਣੇ ਨਿਕਲ ਕੇ ਆਏਗੀ, ਕਿਉਂਕਿ ਕਿਤੇ ਨਾ ਕਿਤੇ ਸਾਜ਼ਿਸ਼ ਹੀ ਹੁੰਦੀ ਹੈ ਜਦੋਂ ਇਹੋ ਜਿਹੇ ਇਨਸੀਡੈਂਟ ਆਉਂਦੇ ਨੇ। ਚਲੋ ਬਹੁਤ ਧੰਨਵਾਦ ਸ਼ਸ਼ਵੀਰ, ਮੇਰੇ ਕੋਲ ਵਕਤ ਹੋਣੇ ਨਹੀਂ ਹੈ। ਬਹੁਤ ਧੰਨਵਾਦ ਤੁਹਾਡਾ ਮਿਸਟਰ ਖਡਿਆਲ, ਤੁਹਾਡਾ ਬਹੁਤ ਧੰਨਵਾਦ। ਸੋਹੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਮਿਸਟਰ ਮਠਾੜੂ ਤੁਹਾਡਾ ਬਹੁਤ ਧੰਨਵਾਦ। ਬੇਅਦਬੀ ਪਿੱਛੇ ਕਿਹੜੀਆਂ ਤਾਕਤਾਂ, ਇਹਨਾਂ ਤੇ ਬਹੁਤ ਜ਼ਿਆਦਾ ਡਿਬੇਟ ਦੀ ਲੋੜ ਹੈ, ਬਹੁਤ ਜ਼ਿਆਦਾ ਜਾਂਚ ਦੀ ਲੋੜ ਹੈਗੀ ਆ, ਤੇ ਜਾਂਚ ਦੇ ਨਾਲ ਹੀ ਚੀਜ਼ਾਂ ਬਾਹਰ ਨਿਕਲਣਗੀਆਂ। ਜਾਂਚ ਕਦੋਂ ਤੱਕ ਮੁਕੰਮਲ ਹੁੰਦੀ ਹੈ, ਕਦੋਂ ਤੱਕ ਚੀਜ਼ਾਂ ਸਾਰੇ ਸਾਹਮਣੇ ਆਉਂਦੀਆਂ। ਇਸ ਜਿਹੜੀ ਸਿਆਸਤ ਹੋ ਰਹੀ ਹੈ ਉਸ ਸਿਆਸਤ ਨੂੰ ਵੀ ਬਹੁਤ ਸੰਜੀਦਗੀ ਵਰਤਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਇਹ ਮੁੱਦੇ ਬੜੇ ਸੰਜੀਦਗੀ ਵਾਲੇ ਨੇ ਤੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਨਾ ਭੜਕਣ। ਇਹ ਸਾਰੇ ਲੀਡਰਾਂ ਨੂੰ ਖਿਆਲ ਰੱਖਣਾ ਚਾਹੀਦਾ ਤੇ ਖਾਸ ਕਰਕੇ ਸਾਡਾ ਜਿਹੜਾ ਮੀਡੀਆ ਭਾਈਚਾਰਾ ਹੈਗਾ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਆਪਣੇ ਮੰਚ ਤੋਂ ਇਹੋ ਜਿਹੀ ਕੋਈ ਡਿਬੇਟ ਨਾ ਕੀਤੀ ਜਾਵੇ ਜਾਂ ਇਹੋ ਜਿਹੀ ਕੋਈ ਟਿੱਪਣੀ ਨਾ ਕੀਤੀ ਜਾਵੇ ਜਿਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਕੋਈ ਸੱਟ ਵੱਜੇ। ਬਹੁਤ ਧੰਨਵਾਦ।